सेवा च असीं हाज़र हो गए जी। टैंटो स्टूडियो तो मैं हरजीत सिंह गिल ते मेरे नाल चंडीगढ़ स्टूडियो तो जुड़ गए ने सुशील दसांझ जी। असीं मिल के करते हैं कुछ एक खबरां दे उत्ते चर्चा। सब तो पहलां दसांझ साहब तुहाडा स्वागत जी जी आयां नूं प्रोग्राम च। मेहरबानी हरजीत गिल जी ते टीवी पंजाबी दुनिया के सारे दर्शकों का भी चंडीगढ़ स्टूडियो तो बहुत बहुत स्वागत है जी हरजीत जी। दसांझ साहब अफगानिस्तान की खबर पहला करनी चाह रहा मैं। सब तो पहला तो यह आ कि जिस तरीके नाल आपां कई दिनों तो चर्चा कर रहे हैं कि अमरीकन फौज नूं हुण इन्ना समां भी नहीं मिलिया, एयरपोर्ट भी प्रॉपर ढंग नाल खाली कर लेंदे, उथों वो फटाफट रातों रात निकल के ते कहा जा रहा है कि पाकिस्तान दे विच उन्होंने अपने फौजी तारे ने किस कुछ एक होटलों दे विच रुके हुए ने और इन्नी मतलब जल्दबाजी नाल सारा कुछ होया कि उन्होंने दे बसों सारा कुछ ही बाहर हो गया। ਤੇ ਦੂਜੀ ਖਬਰ ਜਿਹੜੀ ਵੱਡੀ ਇਹ ਆ ਰਹੀ ਆ ਕਿ ਅਮਰੀਕੀ ਫੌਜਾਂ ਦੇ ਨਿਕਲਦਿਆਂ ਸਾਰ ਹੀ ਤਾਲਿਬਾਨ ਨੇ ਕਾਲ ਦਿੱਤੀ ਆ ਭਾਰਤ ਨੂੰ। ਦੋਹਾ 'ਚ ਗੱਲਬਾਤ ਚੱਲ ਰਹੀ ਆ ਭਾਰਤ ਦੀ। ਵਿਦੇਸ਼ ਮੰਤਰਾਲੇ ਭਾਰਤ ਦੇ ਨੇ ਵੀ ਇਹ ਜਿਹੜੇ ਆ ਇਹ ਪ੍ਰੈਸ ਨੋਟ ਜਾਰੀ ਕਰਕੇ ਇਹ ਗੱਲ ਮੰਨੀ ਆ ਕਿ ਸਾਡੀ ਗੱਲਬਾਤ ਤਾਲਿਬਾਨ ਨਾਲ ਚੱਲ ਰਹੀ ਆ। ਅਸੀਂ ਕੱਲ ਵੀ ਥੋੜੀ ਜਿਹੀ ਗੱਲ ਕੀਤੀ ਸੀਗੀ ਕਿ ਤਾਲਿਬਾਨ ਚਾਹੁੰਦਾ ਹੈ ਕਿ ਭਾਰਤ ਨਾਲ ਵਪਾਰਕ ਸੰਬੰਧ, ਦੋਸਤੀ ਦੇ ਸੰਬੰਧ ਜਿਹੜੇ ਬਣੇ ਰਹਿਣ ਤੇ ਜਿਹੜੇ ਸੱਭਿਆਚਾਰਕ ਸਾਡੀਆਂ ਕੋਈ ਰਵਾਇਤਾਂ ਨੇ ਉਹਦੇ ਅਕੋਰਡਿੰਗਲੀ ਉਹ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਰਹਿਣ। ਸੋ ਇਹ ਕਿੰਨੇ ਕੁ ਕਾਮਯਾਬ ਹੁੰਦੇ ਆ, ਭਾਰਤ ਉੱਤੇ ਕੀ ਸਟੈਂਡ ਲੈਂਦਾ ਆ, ਕੀ ਤਾਲਿਬਾਨ ਉੱਤੇ ਕੋਈ ਸ਼ਰਤ ਰੱਖਦਾ ਆ ਕਿ ਸਾਨੂੰ ਮਾਨਤਾ ਦਿਓ ਤਾਂ ਕਰਕੇ ਅਸੀਂ ਇਹ ਚੀਜ਼ਾਂ ਕਰਾਂਗੇ, ਜਾਂ ਫਿਲਹਾਲ ਉਸ ਤਰ੍ਹਾਂ ਹੀ ਤਾਲਿਬਾਨ ਆਪਣੀ ਲੋੜ ਨੂੰ ਮੁੱਖ ਰੱਖਦਿਆਂ ਹੋਇਆ ਇਹ ਸਾਰੀ ਗੱਲਬਾਤ ਜਿਹੜੀ ਆ ਉਹਦੇ ਲਈ ਸਹਿਮਤ ਹੋ ਜਾਏਗਾ। ਅਮਰੀਕਾ ਹੀ ਹੈ ਜੀ ਗਿਲ ਸਾਹਿਬ ਵੀ ਇਸ ਤਰੀਕੇ ਦੇ ਨਾਲ ਅਮਰੀਕਾ ਉੱਥੋਂ ਨਿਕਲਿਆ, ਜਿੰਨੀ ਜਲਦਬਾਜ਼ੀ ਉਹ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈ ਵੀ 31 ਅਗਸਤ ਤੱਕ ਦਾ ਵੈਸੇ ਸੰਧੀ ਦੇ ਤੌਰ ਦੇ ਉੱਤੇ 31 ਅਗਸਤ ਜਿਹੜੀ ਆਖਰੀ ਤਰੀਕ ਸੀ ਤੇ ਪਿੱਛੇ ਤਾਲਿਬਾਨ ਨੇ ਗੱਲ ਕਹੀ ਸੀ ਵੀ 31 ਅਗਸਤ ਤੱਕ ਅਮਰੀਕਾ ਆਪਣੇ ਸਾਰੇ ਲੋਕਾਂ ਨੂੰ ਇੱਥੋਂ ਲੈ ਜਾਏ, नहीं तो उस तो बाद फिर सारा कुछ बंद हो जाना है। तो अमरीका ने कहा सी कि असी 31 अगस्त तो बाद भी ਜਿਹੜੇ ਸਾਡੇ ਲੋਕ ਹੋਣਗੇ ਉਹਨਾਂ ਨੂੰ ਬਾਹਰ ਕੱਢਾਂਗੇ। ਤੇ ਬਾਅਦ ਵਿੱਚ ਤਾਲਿਬਾਨ ਨੇ ਵੀ ਪੂਰਾ ਰਿਲੈਕਸੇਸ਼ਨ ਨਹੀਂ ਦਿੱਤੀ ਸੀ, ਕਹਿ ਕੇ ਕਿ 31 ਅਗਸਤ ਤੋਂ ਬਾਅਦ ਵੀ ਅਸੀਂ ਕਿਸੇ ਨੂੰ ਰੋਕਾਂਗੇ ਨਹੀਂ। ਪਰ 31 ਅਗਸਤ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ 30 ਅਗਸਤ ਦੀ ਅੱਧੀ ਰਾਤ ਨੂੰ 12 ਵਜੇ ਅਚਾਨਕ ਹੀ ਸਾਰੇ ਜਿਹੜੇ ਅਮਰੀਕਨ ਫੌਜੀ ਸੀਗੇ ਉਹਨਾਂ ਨੂੰ ਉੱਥੋਂ ਕੱਢ ਲਿਆ ਗਿਆ। 4 ਵੱਡੇ ਜਹਾਜ਼ ਜਿਹੜੇ ਆ ਭਰ ਕੇ ਉਹਨਾਂ ਦੀ ਆਖਰੀ ਉਡਾਨ ਸੀ ਉੱਥੋਂ। ਤੇ ਆਮ ਚਰਚਾ ਹੈ, ਮੈਂ ਨਹੀਂ ਕਹਿ ਰਿਹਾ, ਆਮ ਜਿਹੜਾ ਇੱਥੇ ਮੀਡੀਆ 'ਚ ਜਾਂ ਮੀਡੀਆ 'ਚ ਹੀ ਹੈ ਵੀ ਪੂਰੀ ਤਰ੍ਹਾਂ ਨਾਕਾਮ ਹੋ ਗਿਆ ਅਮਰੀਕਾ, ਪੂਰੀ ਤਰ੍ਹਾਂ ਨਾਕਾਮ ਹੋ ਕੇ ਹੁਣ ਤੱਕ ਦਾ ਆਪਣਾ ਸਭ ਤੋਂ ਲੰਮਾ ਯੁੱਧ ਸਮਾਪਤ ਕਰਕੇ ਅਮਰੀਕਾ ਨੇ ਆਪਣੀ ਜਾਨ ਛੁਡਾਈ। ਇਸ ਤੋਂ ਪਹਿਲਾਂ ਅਮਰੀਕਾ 19 ਸਾਲ ਤੱਕ ਵੀਅਤਨਾਮ ਵਿੱਚ ਫਸਿਆ ਰਿਹਾ ਸੀ ਤੇ ਵੀਅਤਨਾਮ ਤੋਂ ਵੀ ਇਸੇ ਤਰ੍ਹਾਂ ਬੜੀ ਮੁਸ਼ਕਲ ਦੇ ਨਾਲ ਉਹਨੇ ਆਪਣੀ ਗਰਦਨ ਬਚਾਈ ਸੀ। ਤੇ ਹੁਣ ਇੱਥੇ ਤਾਲਿਬਾਨ ਦੇ ਨਾਲ ਜਿਸ ਤਰ੍ਹਾਂ ਦਾ ਰਿਹਾ ਮਾਹੌਲ ਉਹਨਾਂ ਦਾ, ਤੇ ਉਹਦੇ ਚੋਂ ਵੀ 20 ਸਾਲ ਬਾਅਦ ਹੁਣ ਆਖਰਕਾਰ ਕੁਝ ਨਹੀਂ ਖੱਟਿਆ ਅਮਰੀਕਾ ਨੇ ਤੇ ਲਵਾਰਸ ਛੱਡ ਕੇ ਤਾਲਿਬਾਨ ਦੇ ਹਵਾਲੇ ਛੱਡ ਕੇ ਅਫਗਾਨਿਸਤਾਨ ਨੂੰ ਤੇ ਅਮਰੀਕਾ ਨੇ ਉੱਥੋਂ ਆਪਣੀ ਜਾਨ ਬਚਾਈ ਹੈ। ਤੁਸੀਂ ਜਿੱਦਾਂ ਦੱਸਿਆ ਹੀ ਹੈ ਕਿ ਬਹੁਤ ਸਾਰੇ ਉਹਨਾਂ ਦੇ ਫੌਜੀ ਜਿਹੜੇ ਆ ਉਹ ਇੱਥੋਂ ਤੱਕ ਕਿ ਉਹ ਤਾਲਿਬਾਨ ਆਪਣੇ ਉੱਥੋਂ ਅਫਗਾਨਿਸਤਾਨ ਤੋਂ ਨਿਕਲ ਕੇ ਪਾਕਿਸਤਾਨ 'ਚ ਪਹੁੰਚੇ ਨੇ। ਤੇ ਸੋ ਇੱਥੋਂ ਪਤਾ ਲੱਗਦਾ ਹੈ ਕਿ ਕਿੰਨੀ ਵੱਡੀ ਹਿਸਟੋਰੀਕਲ ਬਲੰਡਰ ਜਿਹੜੀ ਹੈ ਸ਼ਾਇਦ ਅਮਰੀਕਾ ਨੇ ਕੀਤੀ ਸੀ ਜਦੋਂ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਪੈਰ ਧਰਿਆ ਸੀ। ਤੇ ਆਖਰਕਾਰ ਹਾਲਤ ਇਹ ਹੈ ਕਿ ਉੱਥੇ ਹੁਣ ਤਾਲਿਬਾਨ ਦੇ ਹਵਾਲੇ ਆ ਸਾਰਾ ਕੁਝ। ਪਰ ਤਾਲਿਬਾਨ ਵਾਸਤੇ ਵੀ ਰਸਤਾ ਕੋਈ ਬਹੁਤਾ ਸੌਖਾ ਨਹੀਂ ਹੈ। ਉਹਨੂੰ ਵੀ ਇੱਕ ਨਹੀਂ, ਦੋ ਨਹੀਂ, 3-4 ਮੋਰਚਿਆਂ ਦੇ ਉੱਤੇ ਲੜਾਈ ਲੜਨੀ ਪਏਗੀ। ਮੋਰਚਾ ਤਾਂ ਉਹਨਾਂ ਦਾ ਉੱਥੇ ਹੀ ਆਪਣੇ ਲੋਕਾਂ ਦੇ ਨਾਲ ਹੈ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਹਕੂਮਤ ਜਿਹੜੀ ਹੈ, ਵਿਦਰੋਹ ਜਿਹੜਾ ਆ ਉਹ ਥਾਂ ਦੇ ਉੱਤੇ ਹੋ ਰਿਹਾ ਹੈ ਤਾਲਿਬਾਨ ਦੇ ਖਿਲਾਫ। ਕੋਈ ਇਹ ਨਹੀਂ ਹੈ ਕਿ ਬੜੇ ਅਮਨ ਅਮਾਨ ਦੇ ਨਾਲ ਉਹਨਾਂ ਦਾ ਕਬਜ਼ਾ ਹੋ ਗਿਆ। ਠੀਕ ਹੈ, ਲੱਗਦਾ ਹੈ ਬੜੀ ਤੇਜ਼ੀ ਨਾਲ ਉਹਨਾਂ ਨੇ ਕਬਜ਼ਾ ਕੀਤਾ, ਪਰ ਵੱਖ-ਵੱਖ ਜਿਹੜੇ ਏਰੀਏ ਹੈਗੇ ਆ ਅਫਗਾਨਿਸਤਾਨ ਦੇ ਉੱਥੋਂ ਵਿਰੋਧ ਦੀਆਂ ਖਬਰਾਂ ਵੀ ਆ ਰਹੀਆਂ। ਦੂਜਾ ਮੋਰਚਾ ਉਹਨਾਂ ਵਾਸਤੇ ਇਹ ਵੀ ਹੈ ਕਿ ਜਿਹੜਾ ਇਸਲਾਮਿਕ ਸਟੇਟ ਹੈਗੀ ਆ ਜਿਹਨੇ ਹਮਲਾ ਕੀਤਾ ਸੀ ਕਾਬਲ ਏਅਰਪੋਰਟ ਦੇ ਉੱਤੇ, ਉਹਦੇ ਨਾਲ ਵੀ ਉਹਦੀ ਜੰਗ ਲਗਾਤਾਰ ਜਾਰੀ ਹੈ।
ਤੇ ਉਹ 2000 ਦੇ ਕਰੀਬ ਲੜਾਕੇ ਦੱਸੇ ਜਾ ਰਹੇ ਆ ਜਿਹੜੇ ਕਿਸੇ ਵੇਲੇ ਵੀ ਡਿਸਟਰਬ ਕਰ ਸਕਦੇ ਆ ਤਾਲਿਬਾਨ ਨੂੰ। ਤੇ ਹੁਣੇ ਖਬਰ ਮੈਂ ਦੇਖ ਰਿਹਾ ਸੀ, ਬਰਤਾਨੀਆ ਨੇ ਕਿਹਾ ਵੀ ਅਸੀਂ ਜਿਹੜੀ ਉਹ ਇਸਲਾਮਿਕ ਸਟੇਟ ਹੈ ISIS ਇਹ ਸ਼ਾਇਦ ਉਹਨੂੰ ਕਹਿੰਦੇ ਆ ਖੁਰਾਸਾਨ ਵੀ ਉਹਦੇ ਖਿਲਾਫ ਅਸੀਂ ਜਿਹੜੇ ਆ ਹਵਾਈ ਹਮਲੇ ਕਰ ਸਕਦੇ ਆ। ਤੇ ਅਮਰੀਕਾ ਨੇ ਕਿਹਾ ਵੀ ਉਹਨਾਂ ਦੀ ਤਾਦਾਦ 2000 ਦੇ ਨੇੜੇ ਜਿਹੜੇ ਆ ਉਹ ਵੀ ਕਿਤੇ ਨਾ ਕਿਤੇ ਤਾਲਿਬਾਨ ਦੇ ਨਾਲ ਟਕਰਾ 'ਚ ਰਹਿਣਗੇ। ਤੀਜਾ ਮੋਰਚਾ ਪੰਜਸ਼ੀਰ ਜਿਹੜੀ ਘਾਟੀ ਹੈ ਉੱਥੇ ਜਿਹੜੀ ਅਫਗਾਨੀ ਫੌਜ ਦੇ ਕੁਝ ਜਿਹੜੇ ਲੋਕ ਉੱਥੇ ਗਏ ਹੋਏ ਨੇ ਤੇ ਅਹਿਮਦ ਮਸੂਦ ਦੇ ਕੁਝ ਲੜਾਕੇ ਉੱਥੇ ਹੈ ਜਿਹੜੇ ਤਾਲਿਬਾਨ ਦੇ ਖਿਲਾਫ ਨੇ। ਤੇ ਤਾਲਿਬਾਨ ਲੱਖ ਯਤਨ ਕਰਕੇ ਵੀ ਹਾਲੇ ਤੱਕ ਪੰਜਸ਼ੀਰ ਦੇ ਵਿੱਚ ਕਬਜ਼ਾ ਨਹੀਂ ਕਰ ਸਕਿਆ। ਤੇ ਸਭ ਤੋਂ ਮਹੱਤਵਪੂਰਨ ਮੋਰਚਾ ਉਹਨਾਂ ਵਾਸਤੇ ਹੈ ਉਹ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਗੁਆਂਢੀ ਮੁਲਕ ਹੈ, ਬਾਕੀ ਮੁਲਕਾਂ ਦੇ ਨਾਲ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਗੁਆਂਢੀ ਮੁਲਕਾਂ ਨਾਲ ਕਿੱਦਾਂ ਦੇ ਰਿਲੇਸ਼ਨ ਰੱਖਦੇ ਆ। ਕਿਉਂਕਿ ਜੇ ਇੱਕ ਮੁਲਕ ਹੈ ਉਸ ਮੁਲਕ ਦੇ ਉੱਤੇ ਜਿਹੜੇ ਰਾਜ ਕਰਨ ਵਾਲੇ ਲੋਕ ਹੈ ਉਹਨਾਂ ਨੇ ਜੇ ਉਹ ਮੁਲਕ ਨੂੰ ਚਲਾਉਣਾ ਤੇ ਮੁਲਕ ਦੀਆਂ ਲੋੜਾਂ ਵੀ ਹੁੰਦੀਆਂ। ਗੁਆਂਢ ਦੇ ਨਾਲ ਆਦਾਨ ਪ੍ਰਦਾਨ ਬੜਾ ਇੰਪੋਰਟੈਂਟ ਹੁੰਦਾ। ਤੁਸੀਂ ਬੰਦ ਕਰਕੇ ਸਾਰਾ ਕੁਝ ਜਿਹੜਾ ਹੈ ਆਪਣੇ ਮੁਲਕ ਨੂੰ ਚਲਾ ਨਹੀਂ ਸਕਦੇ, ਆਖਿਰਕਾਰ ਉੱਥੇ ਸਾਰਾ ਕੁਝ ਖਤਮ ਹੋਏਗਾ। ਤੇ ਇਸ ਕਰਕੇ ਆਲੇ ਦੁਆਲੇ ਦੇ ਜਿਹੜੇ ਖਾਸ ਤੌਰ ਤੇ ਬਾਰਡਰ ਨਾਲ ਜੁੜੇ ਹੋਏ ਮੁਲਕਾਂ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਰੱਖਣੇ ਆ, ਇਹ ਮੋਰਚਾ ਉਹਨਾਂ ਲਈ ਹੋਰ ਜ਼ਿਆਦਾ ਮਹੱਤਵਪੂਰਨ ਹੈ। ਇਸੇ ਕਰਕੇ ਦੋਹਾ ਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕੀਤਾ ਜਿਹੜੀ ਗੱਲਬਾਤ ਹੈ ਉਹ ਭਾਰਤ ਦੇ ਨਾਲ ਹੋਈ ਹੈ। ਆਫੀਸ਼ੀਅਲੀ ਪਹਿਲੀ ਵਾਰ ਜਦੋਂ ਤਾਲਿਬਾਨ ਆ ਗਏ, ਜਦੋਂ ਤਾਲਿਬਾਨ ਨੇ ਕਾਬੁਲ ਤੇ ਕਬਜ਼ਾ ਕਰ ਲਿਆ, ਅਫਗਾਨਿਸਤਾਨ ਤੇ ਥੋੜਾ ਬਹੁਤ ਏਰੀਆ ਛੱਡ ਕੇ ਮੁਕੰਮਲ ਕਬਜ਼ਾ ਹੈ, ਤੇ ਤਾਲਿਬਾਨ ਦੇ ਨਾਲ ਰਸਮੀ ਤੌਰ ਤੇ ਆਫੀਸ਼ੀਅਲੀ ਪਹਿਲੀ ਵਾਰ ਦੋਹਾ ਦੇ ਵਿੱਚ ਕਤਰ ਦੇ ਦੋਹਾ ਦੇ ਵਿੱਚ ਭਾਰਤ ਸਰਕਾਰ ਦੀ ਤਾਲਿਬਾਨ ਦੇ ਆਫੀਸ਼ੀਅਲ ਨੁਮਾਇੰਦੇ ਦੇ ਨਾਲ ਜਿਹੜਾ ਉੱਥੇ ਤਾਲਿਬਾਨ ਦਾ ਦਫ਼ਤਰ ਹੈ ਉਹਦਾ ਜਿਹੜਾ ਮੁਖੀਆ ਸ਼ੇਰ ਮੁਹੰਮਦ ਉਹਦੇ ਨਾਲ ਭਾਰਤੀ ਨੁਮਾਇੰਦੇ ਦੀ ਜਿਹੜੀ ਮਿਸਟਰ ਮਿੱਤਲ ਦੀ ਗੱਲਬਾਤ ਹੋਈ ਹੈ। ਤੇ ਉਸ ਗੱਲਬਾਤ ਦੇ ਵਿੱਚ ਦੋ ਗੱਲਾਂ ਕੀਤੀਆਂ ਗਈਆਂ ਭਾਰਤ ਵੱਲੋਂ। ਨੰਬਰ 1 ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨੇ ਵੀ ਸਾਡੇ ਭਾਰਤੀ ਨਾਗਰਿਕ ਹੈ ਉੱਥੇ ਤੇ ਉਹਨਾਂ ਦੀ ਸੇਫਲੀ ਤੇ ਗਰੰਟਡ ਜਿਹੜੀ ਵਾਪਸੀ ਹੈ ਉਹਦਾ ਸਾਡੇ ਨਾਲ ਪ੍ਰੋਮਿਸ ਕਰੋ, ਵਾਅਦਾ ਕਰੋ। ਮਤਲਬ ਸੁਰੱਖਿਅਤ ਵਾਪਸੀ ਜਿਹੜੇ ਭਾਰਤੀ ਨਾਗਰਿਕ ਹੈ ਉਹਨਾਂ ਦੀ ਹੋਣੀ ਚਾਹੀਦੀ ਹੈ। ਦੂਜੀ ਗੱਲ ਉਹਨੇ ਕਿਹਾ ਕਿ ਇਸ ਖਿੱਤੇ ਦੇ ਵਿੱਚ ਸ਼ਾਂਤੀ ਰਵੇ, ਇਸ ਕਰਕੇ ਅਫਗਾਨਿਸਤਾਨ ਦੀ ਧਰਤੀ ਦੇ ਉੱਤੇ ਟੈਰਰਿਸਟ ਐਕਟੀਵਿਟੀਜ਼ ਜਿਹੜੀਆਂ ਆ ਉਹਨੂੰ ਨਾ ਜਗ੍ਹਾ ਮਿਲੇ। ਇਹਦੀ ਵੀ ਤਵੱਕੋ ਭਾਰਤ ਨੇ ਤਾਲਿਬਾਨ ਤੋਂ ਕੀਤੀ ਹੈ। ਇਹਨਾਂ ਦੋਨਾਂ ਗੱਲਾਂ ਦੇ ਉੱਤੇ ਵਾਅਦਾ ਭਾਵੇਂ ਨਾ ਕੀਤਾ ਹੋਵੇ ਸ਼ੇਰ ਮੁਹੰਮਦ ਨੇ ਕੋਈ ਜਿਹੜਾ ਤਾਲਿਬਾਨੀ ਨੁਮਾਇੰਦਾ ਸੀ ਜਿਹਨਾਂ ਗੱਲਬਾਤ ਭਾਰਤ ਦੀ ਚੱਲ ਰਹੀ ਸੀ, ਪਰ ਇੰਨਾ ਜ਼ਰੂਰ ਉਹਨੇ ਕਿਹਾ, ਭਰੋਸਾ ਜ਼ਰੂਰ ਦਿੱਤਾ ਵੀ ਇਹਦੇ ਤੇ ਅਸੀਂ ਵਰਕ ਕਰਾਂਗੇ, ਕੰਮ ਕਰਾਂਗੇ। ਸੋ ਇਹਦਾ ਮਤਲਬ ਇਹ ਹੈ ਕਿ ਇਹ ਨਹੀਂ ਹੈ ਕਿ ਪਹਿਲਾਂ ਭਾਰਤ ਨੇ ਤਾਲਿਬਾਨ ਨਾਲ ਗੱਲ ਨਹੀਂ ਕੀਤੀ। ਪਹਿਲਾਂ ਵੀ ਦੋਹਾ ਦੇ ਵਿੱਚ ਹਾਲੇ ਤਾਲਿਬਾਨ ਦਾ ਕਬਜ਼ਾ ਕਾਬੁਲ ਤੇ ਨਹੀਂ ਸੀ ਹੋਇਆ, ਉਹ ਕਾਬੁਲ ਵੱਲ ਵੱਧ ਰਿਹਾ ਸੀ। ਉਸ ਸਮੇਂ ਦੇ ਦੌਰਾਨ ਹੀ ਮਤਲਬ ਭਾਰਤ ਸਮੇਤ ਅਮਰੀਕਾ, ਚੀਨ, ਰੂਸ, ਪਾਕਿਸਤਾਨ ਇਹਨਾਂ ਮੁਲਕਾਂ ਦੇ ਨੁਮਾਇੰਦੇ ਉਸ ਸਮੇਂ ਦੇ ਦੌਰਾਨ ਵੀ ਦੋਹਾ ਦੇ ਵਿੱਚ ਗੱਲਬਾਤ ਕਰਦੇ ਰਹੇ ਆ ਤਾਲਿਬਾਨੀ ਨੁਮਾਇੰਦਿਆਂ ਦੇ ਨਾਲ। ਪਰ ਕਾਬੁਲ ਦੇ ਉੱਤੇ ਕਬਜ਼ੇ ਤੋਂ ਬਾਅਦ ਭਾਰਤ ਦੀ ਰਸਮੀ ਤੌਰ ਦੇ ਉੱਤੇ ਜਾਂ ਆਫੀਸ਼ੀਅਲੀ ਪਹਿਲੀ ਮੀਟਿੰਗ ਹੋਈ ਹੈ ਜਿਸ 'ਚ ਦੋ ਗੱਲਾਂ ਵਿਚਾਰੀਆਂ ਗਈਆਂ। ਤਾਂ ਅਸੀਂ ਉਮੀਦ ਕਰਾਂਗੇ ਵੀ ਤਾਲਿਬਾਨ ਦੇ ਨਾਲ ਜਿਹੜੇ ਬਾਕੀ ਮੁਲਕ ਹੈ, ਖਾਸ ਤੌਰ ਤੇ ਸਾਡੇ ਖਿੱਤੇ ਦੇ ਖਾਸ ਤੌਰ ਤੇ ਜਿਹੜੇ ਬਾਰਡਰ ਮੁਲਕ ਹੈ, ਜਿਹੜੇ 7 ਉਹ ਮੁਲਕ ਹੈ ਜਿਹੜੇ ਸਿੱਧੇ ਤੌਰ ਤੇ ਅਫਗਾਨਿਸਤਾਨ ਦੇ ਨਾਲ ਲੱਗਦੇ ਆ, ਉਹਨਾਂ ਮੁਲਕਾਂ ਦੇ ਰਿਲੇਸ਼ਨ ਜਿਹੜੇ ਆ ਉਹ ਸਹੀ ਰਹਿਣ ਤਾਂ ਜੋ ਇਸ ਖਿੱਤੇ ਦੇ ਅਮਨ ਨੂੰ ਕੋਈ ਖਤਰਾ ਨਾ ਹੋਵੇ। ਭਾਰਤ ਵੱਲੋਂ ਇਹ ਕੋਸ਼ਿਸ਼ ਹੈ। ਬਾਕੀ ਭਾਰਤ ਦੀਆਂ ਅੱਗੇ ਤਰਜੀਹਾਂ ਕੀ ਨੇ, ਆਦਾਨ ਪ੍ਰਦਾਨ ਜਿਹੜਾ ਤੁਸੀਂ ਜ਼ਿਕਰ ਕੀਤਾ, ਚਾਹੇ ਉਹ ਕਲਚਰਲੀ ਹੋਵੇ ਚਾਹੇ ਉਹ ਵਪਾਰਕ ਹੋਵੇ, ਇਹ ਦੋਵਾਂ ਮੁਲਕਾਂ ਦੀ ਲੋੜ ਹੈ। ਸਾਡੇ ਨਾਲੋਂ ਜ਼ਿਆਦਾ ਲੋੜ ਜਿਹੜੀ ਹੈ ਅਫਗਾਨਿਸਤਾਨ ਦੀ ਹੈ। ਸੋ ਅਫਗਾਨਿਸਤਾਨ ਨੂੰ ਜਿਹਨੂੰ ਹੁਣ ਚਲਾ ਰਿਹਾ ਤਾਲਿਬਾਨ, ਉਹਨੂੰ ਇਹ ਜ਼ਰੂਰਤ ਹੈ ਇਸ ਗੱਲ ਦੀ ਕਿ ਗੁਆਂਢ ਦੇ ਮੁਲਕਾਂ ਨਾਲ ਵਿਸ਼ੇਸ਼ ਤੌਰ ਦੇ ਉੱਤੇ ਚੰਗੇ ਸੰਬੰਧ ਰੱਖੇ ਤਾਂ ਜੋ ਉਹਦੀਆਂ ਜਿਹੜੀਆਂ ਲੋੜਾਂ ਨੇ, ਜ਼ਰੂਰਤਾਂ ਨੇ, ਉਹਦੀਆਂ ਦਾ ਮਤਲਬ ਉਹਦੇ ਉੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਸਕਣ। ਨਹੀਂ ਤਾਂ ਬਹੁਤੀ ਦੇਰ ਜਿਹੜਾ ਆ ਉਹ ਨਹੀਂ ਚੱਲੇਗਾ, ਬਹੁਤ ਕੁਝ ਫੇਰ ਤੋਂ ਟੁੱਟੇਗਾ, ਫੇਰ ਤੋਂ ਨਵਾਂ ਬਣੇਗਾ। ਦਸਾਂਝ ਸਾਹਿਬ, ਹੁਣ ਕਾਬਲ ਦੇ ਹਵਾਈ ਅੱਡੇ ਤੇ ਵੀ ਪੂਰੇ ਤੌਰ ਤੇ ਤਾਲਿਬਾਨ ਦਾ ਜਿਹੜਾ ਕੰਟਰੋਲ ਹੋ ਗਿਆ। ਅਮਰੀਕਨ ਫੌਜਾਂ ਉੱਥੋਂ ਪੂਰੀ ਤਰ੍ਹਾਂ ਨਿਕਲ ਗਈਆਂ। ਪਹਿਲਾਂ ਤੁਰਕੀ ਵਾਲੇ ਨਿਕਲ ਗਏ ਸੀ ਜਿਹੜੇ ਰਨ ਕਰਦੇ ਸੀ ਉਹਨੂੰ ਕਾਬਲ 에ਅਰਪੋਰਟ ਨੂੰ, ਫਿਰ ਉਹ ਨਿਯੰਤਰਣ ਜਿਹੜਾ ਉਹ ਆ ਗਿਆ ਅਮਰੀਕਨ ਫੌਜਾਂ ਕੋਲ, ਹੁਣ ਉਹ ਵੀ ਛੱਡ ਕੇ ਚੱਲ ਗਏ। ਪਰ ਹੁਣ ਬਾਈ 에ਅਰ ਤਾਂ ਕਿਸੇ ਨੂੰ ਲਿਫਟ ਕਰਨ ਦਾ
ਤਾਲਿਬਾਨ ਦੀ ਮਰਜ਼ੀ ਤੋਂ ਬਗੈਰ ਕੋਈ ਮਤਲਬ ਸਾਧਨ ਬਾਕੀ ਬਚਿਆ ਹੀ ਨਹੀਂ। ਪਹਿਲਾਂ ਤੇ ਇਹ ਸੀ ਨੇ ਲੋਕੀ ਦੌੜ ਕੇ ਆ ਰਹੇ ਸੀਗੇ 에ਅਰਪੋਰਟ ਤੇ ਜਿਹਦਾ ਦਾ ਲੱਗਦਾ ਸੀਗਾ ਕੋਈ ਨਾ ਕੋਈ ਲੋਕ ਚੜ ਵੀ ਗਏ। ਤੇ ਅਮਰੀਕਨ ਇੱਕ ਜਨਰਲ ਨੇ ਜੀ ਫਰੈਂਕ ਮਕੈਂਜੀ ਰੀ, ਉਹਨਾਂ ਨੇ ਕਿਹਾ ਕਿ ਅਸੀਂ 1,23,000 ਲੋਕਾਂ ਨੂੰ ਉੱਥੋਂ ਸੇਫ ਜਿਹੜਾ ਵਾ ਇਹਨਾਂ ਸਮੇਂ ਜਿਹੜਾ ਕ੍ਰਿਟੀਕਲ ਸਮਾਂ ਇਹਦੇ ਵਿੱਚ ਉੱਥੋਂ ਬਾਹਰ ਜਿਹੜਾ ਉਹਨਾਂ ਨੂੰ ਕੱਢ ਲਿਆ। ਸੋ ਜਿਹੜੇ ਤਾਲਿਬਾਨ ਦੇ ਲੀਡਰਸ਼ਿਪ ਆ, ਉਹਨਾਂ ਨੇ ਜਿਹੜੇ ਥੱਲੇ ਉਹਨਾਂ ਦੇ ਲੜਨ ਵਾਲੇ ਲੜਾਕੇ ਆ, ਉਹਨਾਂ ਨੂੰ ਆਪਣੀ ਆਜ਼ਾਦੀ ਵਾਸਤੇ ਵਧਾਈ ਦਿੱਤੀ ਆ ਕਿ ਅਸੀਂ ਪੂਰੀ ਤਰ੍ਹਾਂ ਹੁਣ ਲਿਬਰੇਟ ਹੋ ਗਏ ਆ। ਤੇ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਆ ਕਿ ਆਮ ਜਿਹੜੇ ਲੋਕ ਆ ਉਹਨਾਂ ਨਾਲ ਸ਼ਰਾਫਤ ਨਾਲ ਜਿਹੜਾ ਪੇਸ਼ ਆਇਆ ਜਾਵੇ, ਅਸੀਂ ਉਹਨਾਂ ਦੇ ਸੇਵਕ ਆ, ਹੁਕਮਰਾਨ ਨਹੀਂ। ਮਤਲਬ ਗੱਲਾਂ ਤੇ ਬਹੁਤ ਵਧੀਆ ਲੱਗ ਰਹੀਆਂ ਨੇ। ਪਤਾ ਨਹੀਂ ਹੁਣ ਉਹ ਸੇਵਕ ਜਿੱਦਾਂ ਸਾਡੇ ਮੁਲਕ 'ਚ ਹੁੰਦਾ ਆ ਰਾਜ ਨਹੀਂ ਸੇਵਾ ਵਾਲਾ ਨਾਅਰਾ ਬੜਾ ਚਿਰ ਚੱਲਦਾ ਰਿਹਾ, ਤੇ ਤਾਲਿਬਾਨ ਦੇ ਕੋਲੋਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਉਮੀਦ ਕਰਨੀ ਬੜੀ ਅਜੀਬ ਵੀ ਲੱਗ ਰਹੀ ਹੈ ਦੁਨੀਆ ਨੂੰ ਕਿਤੇ ਨਾ ਕਿਤੇ। ਦੇਖੋ, ਮੈਂ ਇਸ ਗੱਲ ਦੀ ਮੇਰੀ ਘੱਟ ਧਾਰਨਾ ਇਹ ਹੈ ਜਿੱਦਾਂ ਵੀ ਆਪਣਾ ਇੱਕ ਚਿਹਰਾ ਥੋੜਾ ਮੋਡਰੇਟ ਜਿਹਾ ਚਿਹਰਾ ਜਿਹੜਾ ਦਿਖਾਉਣ ਦੀ ਕੋਸ਼ਿਸ਼ ਤਾਂ ਹੈ ਤਾਲਿਬਾਨ। ਉਹਨੇ ਬਾਰ-ਬਾਰ ਇਦਾਂ ਦੀਆਂ ਗੱਲਾਂ ਵੀ ਕੀਤੀਆਂ, ਪਰ ਨਾਲ ਦੀ ਨਾਲ ਉਹਦੇ ਲਫ਼ਜ਼ਾਂ ਦੇ ਵਿੱਚ ਇਹ ਲਫ਼ਜ਼ ਵੀ ਸ਼ਾਮਲ ਹੋ ਜਾਂਦੇ ਆ ਕਿ ਇੱਥੇ ਜਿਹੜੀ ਹਕੂਮਤ ਹੈ ਸਾਡੀ ਜਿਹੜੀ ਆ ਉਹ ਹੋਏਗੀ ਸ਼ਰੀਅਤ ਦੇ ਮੁਤਾਬਕ ਤੇ ਇਸਲਾਮੀ ਰਾਜ ਹੋਏਗਾ। ਤੇ ਉਹਦੇ 'ਚ ਉਹਨਾਂ ਨੇ ਕੁਝ ਚੀਜ਼ਾਂ ਗਣਾਈਆਂ ਹੋਈਆਂ ਕਿ ਉਹਦੇ 'ਚ ਕੀ ਹੋਏਗਾ। ਵਿਸ਼ੇਸ਼ ਤੌਰ ਦੇ ਉੱਤੇ ਔਰਤਾਂ ਵਾਸਤੇ ਜਿਹੜੇ ਬੜੀਆਂ ਪਾਬੰਦੀਆਂ ਜਿਹੜੀਆਂ ਉੱਤੇ ਲਾਉਣ ਦੀ ਗੱਲ ਕੀਤੀ ਹੋਈ ਹੈ। ਉਹਨਾਂ ਨੇ ਭਾਵੇਂ ਇਹ ਵੀ ਕਿਹਾ ਵੀ ਅਸੀਂ ਹਿੱਸੇਦਾਰੀ ਜਿਹਨੇ ਚਾਹੁੰਦੇ ਆ ਕਿ ਔਰਤਾਂ ਦੀ ਹਿੱਸੇਦਾਰੀ ਸੱਤਾ ਦੇ ਵਿੱਚ ਵੀ ਹੋਵੇ, ਸਾਡੀ ਸਰਕਾਰ 'ਚ ਹੋਵੇ, ਪਰ ਨਾਲ ਦੀ ਨਾਲ ਸ਼ਰੀਅਤ ਕਾਨੂੰਨ ਦੇ ਤਹਿਤ ਰਹਿਣਾ ਪਏਗਾ ਉਹਨਾਂ ਨੂੰ। ਉਹ ਪਾਬੰਦੀਆਂ ਕਿਸ ਲੈਵਲ ਦੀਆਂ ਆਪਾਂ ਕਈ ਵਾਰੀ ਉੱਤੇ ਗੱਲ ਕਰ ਚੁੱਕੇ ਹਾਂ। ਦੁਨੀਆ ਨੇ ਉਹ ਪਾਬੰਦੀਆਂ ਦੇਖੀਆਂ ਉਹ ਜਦੋਂ ਪਹਿਲੀ ਹਕੂਮਤ ਰਹੀ ਤਾਲਿਬਾਨ ਦੀ ਹਕੂਮਤ, ਪਰ ਫਿਰ ਵੀ ਉਹ ਬਾਰ-ਬਾਰ ਇਹ ਦਾਅਵਾ ਕਰਦੇ ਆ ਕਿ ਅਸੀਂ ਬਦਲੇ ਆ, ਹੁਣ ਅੱਗੇ ਨਾਲੋਂ ਥੋੜਾ ਫਰਕ ਰਹੇਗਾ। ਈਵਨ ਉਹਨਾਂ ਨੇ ਸ਼ਾਇਦ ਆਪਣਾ ਚਿਹਰਾ ਬਦਲਣ ਦੀ ਤਾਕ ਦੇ ਵਿੱਚ ਹੀ ਅਫੀਮ ਦੀ ਖੇਤੀ ਵੀ ਨਾ ਕਰਨ ਦੀ ਗੱਲ ਕਹੀ ਹੈ। ਕਿੰਨੀ ਕੁ ਇੰਪਲੀਮੈਂਟ ਹੁੰਦੀ ਹੈ, ਕਿੰਨੀ ਕੁ ਨਹੀਂ, ਕਿਉਂਕਿ ਉਹਨਾਂ ਦਾ ਸਾਰਾ ਜਿਹੜੀ ਇਕੋਨਮੀ ਤਾਂ ਡਰੱਗ ਤੇ ਖੜੀ ਹੈ, ਡਰੱਗ ਦੇ ਕਾਰੋਬਾਰ ਤੇ ਖੜੀ ਹੈ। ਪਿਛਲੇ ਸਾਲ ਵੀ ਹਕੂਮਤ ਨਾ ਹੁੰਦਾ ਵੀ 11,000 ਕਰੋੜ ਰੁਪਏ ਦਾ ਕਾਰੋਬਾਰ ਜਿਹੜਾ ਤਾਲਿਬਾਨ ਨੇ ਡਰੱਗ ਤੇ ਕੀਤਾ। ਉਹ ਸੋ ਮੋਡਰੇਟ ਜਿਹਾ ਚਿਹਰਾ ਦਿਖਾਉਣ ਦੀ ਕੋਸ਼ਿਸ਼ ਤਾਂ ਹੈ ਕਿ ਗੁਆਂਢੀ ਮੁਲਕਾਂ ਨਾਲ ਸੰਬੰਧ ਜਿਹੜੇ ਆ ਉਹ ਬਿਹਤਰ ਹੋਣ, ਉਹਦੀ ਵੀ ਉਹ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਆ। ਪਰ ਮੇਰਾ ਮੰਨਣਾ ਹੈ ਵੀ ਜਿਹੜੀ ਮੂਲ ਪ੍ਰਵਿਰਤੀ ਹੈ ਤਾਲਿਬਾਨ ਦੀ, ਜਿਹਦੇ 'ਚ ਹਿੰਸਾ ਪਈ ਹੈ, ਉਹਦੇ ਤੋਂ ਮੁਕਤ ਨਹੀਂ ਹੋ ਸਕਦਾ, ਕਿਉਂਕਿ ਉਹ ਜਿਹੜਾ ਸੁਭਾਅ ਹੁੰਦਾ, ਉਹ ਸੁਭਾਅ ਜਿਹੜਾ ਬਦਲਣਾ ਬਹੁਤ ਔਖਾ ਹੁੰਦਾ ਹੈ। ਪਿੱਛੇ 4-5 ਦਿਨ ਪਹਿਲਾਂ ਇੱਕ ਬਿਆਨ ਤਾਲਿਬਾਨੀ ਉਹਦਾ ਜਿਹੜਾ ਕੋਈ ਪ੍ਰਮੁੱਖ ਲੀਡਰ ਹੈ ਕੋਈ ਉਹਦਾ ਆਇਆ ਸੀ ਵੀ ਔਰਤਾਂ ਤੇ ਜਿਹੜੇ ਬਾਕੀ ਲੋਕ ਆ ਬਹੁਤੇ ਘਰਾਂ 'ਚੋਂ, ਖਾਸ ਤੌਰ ਤੇ ਔਰਤਾਂ ਘਰਾਂ 'ਚੋਂ ਨਾ ਨਿਕਲਣ। ਜਿਹੜੇ ਦੂਰ ਦਰਾਡੇ ਦੇ ਇਲਾਕੇ ਆ ਉਹਨਾਂ ਬਾਰੇ ਉਹਨੇ ਕਿਹਾ ਵੀ ਜਿਹੜੇ ਔਰਤਾਂ ਜੇ ਘਰੋਂ ਨਿਕਲਣਗੀਆਂ ਤੇ ਜਿਹੜੇ ਸਾਡੇ ਲੜਾਕੇ ਆ ਨਾ, ਮਤਲਬ ਤਾਲਿਬਾਨੀ ਜਿਹੜੇ ਸਾਡੇ ਕਮਾਂਡਰ ਆ ਜਾਂ ਥੱਲੇ ਕੰਮ ਕਰਦੇ ਆ ਤਾਲਿਬਾਨੀ ਫੌਜ ਦੇ ਵਿੱਚ, ਵੀ ਉਹ ਉਹਨਾਂ ਦੀ ਬਹੁਤਾ ਗਿਆਨ ਨਹੀਂ ਆ। ਉਹ ਤਾਂ ਫਿਰ ਔਰਤਾਂ ਨੂੰ ਉੱਦਾਂ ਹੀ ਲੈਣਗੇ ਜਿੱਦਾਂ ਲੈਂਦੇ ਰਹੇ ਆ। ਸੋ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਇਸ ਕਰਕੇ ਔਰਤਾਂ ਘਰਾਂ 'ਚੋਂ ਹੀ ਨਾ ਨਿਕਲਣ। ਇਹ ਇੱਕ ਤਾਲਿਬਾਨੀ ਕਮਾਂਡਰ ਨੇ ਪਿਛਲੇ 5-7 ਦਿਨ ਪਹਿਲਾਂ ਇਹਨਾਂ ਦਾ ਬਿਆਨ ਦਿੱਤਾ ਸੀ। ਉਹਦੇ ਤੋਂ ਇਹ ਲੱਗਦਾ ਕਿ ਉਹਨਾਂ ਦੀ ਮੂਲ ਪ੍ਰਵਿਰਤੀ ਜਿਹੜੀ ਆ ਉਹ ਨਹੀਂ ਬਦਲੀ, ਨਾ ਹੀ ਉਹ ਬਦਲੀ ਜਾ ਸਕਦੀ ਹੈ। ਜਿਵੇਂ ਅਸੀਂ ਵਾਰਿਸ ਸ਼ਾਹ ਦੀ ਕਈ ਵਾਰੀ ਉਦਾਹਰਨ ਦਿੰਦੇ ਹਾਂ ਵੀ ਵਾਰਿਸ ਸ਼ਾਹ ਨਾਲ ਹੱਥਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਜੀ। ਸੋ ਉਹ ਜਿਹੜਾ ਮੂਲ ਸੁਭਾਅ ਆ ਉਹ ਨਹੀਂ ਬਦਲੇਗਾ। ਇਹ ਹੈ ਕਿ ਉਹ ਕਾਬਲ ਦੇ ਵਿੱਚ ਘੱਟੋ ਘੱਟ ਜਿੱਥੋਂ ਮੀਡੀਆ ਬਹੁਤਾ ਜਿਹੜਾ ਉਹਨਾਂ ਨੂੰ ਦਿਖਾਉਂਦਾ ਆ ਤੇ ਉੱਥੇ ਆਪਣਾ ਚਿਹਰਾ ਕੋਈ ਏਦਾਂ ਦਾ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਵੀ ਅਸੀਂ ਬਦਲ ਗਏ। ਦਸਾਂਝ ਸਾਹਿਬ, ਜਿਹੜਾ ਤੁਸੀਂ ਮੂਲ ਸੁਭਾਅ ਦੀ ਗੱਲ ਕਰ ਰਹੇ ਹੋ, ਬੇਸਿਕਲੀ ਤੇ ਆਈਡੀਓਲੋਜੀ ਆ ਉਹਦੇ ਪਿੱਛੇ। ਜੇ ਮਤਲਬ ਇਸਲਾਮਿਕ ਆਈਡੀਓਲੋਜੀ ਦੇ ਮੁਤਾਬਕ ਉਹਨਾਂ ਨੇ ਸ਼ਰੀਆ ਰਾਜ ਦੀ ਗੱਲ ਕਰਨੀ ਆ, ਤੇ ਫਿਰ ਜੇ ਆਪਾਂ ਇਹ ਸੋਚੀਏ ਕਿ ਮੋਡਰੇਟ ਕੋਈ ਇਸਲਾਮਿਕ ਸਟੇਟ ਬਣ ਸਕਦੀ ਆ, ਸ਼ਰੀਆ ਲਾ ਵੀ ਕੋਈ ਚੇਂਜ ਹੋ ਕੇ ਮੋਡਰੇਟ ਹੋ ਸਕਦਾ, ਤਾਂ ਉਹ ਤੇ ਫਿਰ ਸੰਭਵ ਹੈ ਨਹੀਂ। ਪਰ ਦੂਜਾ ਪੱਖ ਇਹ ਆ ਕਿ ਜਿਹੜੀ IS ਖੁਰਾਸਾਨ ਵਾਲੀ ਗੱਲ ਆਪਾਂ ਕਰ ਰਹੇ ਹਾਂ ਲਗਾਤਾਰ,
ਤੇ IS ਜਿਹੜਾ ਉਹਨਾਂ ਨੂੰ ਬੜਾ ਅਪੋਜ਼ ਕਰ ਰਹੀ ਆ। ਉਹ ਕਹਿ ਰਹੇ ਆ ਕਿ ਅਸਲ ਦੇ ਵਿੱਚ ਜਹਾਦ ਹੋਇਆ ਹੀ ਨਹੀਂ ਉੱਥੇ, ਇਹ ਸਮਝੌਤਾ ਹੋਇਆ ਤੇ ਸਮਝੌਤੇ ਕਦੀ ਜਹਾਦ ਨਹੀਂ ਹੋਇਆ ਕਰਦੇ ਤੇ ਨਾ ਹੀ ਇਹਦੇ ਨਾਲ ਇਸਲਾਮਿਕ ਸਟੇਟ ਜਿਹੜੀ ਆ ਉਹ ਕੋਈ ਸਫਲ ਸਟੇਟ ਬਣ ਸਕਦੀ ਆ ਜਾਂ ਸ਼ਰੀਆ ਲਾ ਪ੍ਰੋਪਰ ਉੱਥੇ ਲਾਏ ਜਾ ਸਕਦੇ ਆ। ਜਦੋਂ ਸ਼ਰਤਾਂ ਦੇ ਨਾਲ ਤੁਸੀਂ ਉਹ ਰਾਜ ਸੱਤਾ ਪ੍ਰਾਪਤ ਕੀਤੀ ਆ, ਜਹਾਦ ਨਾਲ ਜਿੱਤ ਕੇ ਪ੍ਰਾਪਤ ਨਹੀਂ ਕੀਤੀ, ਤੇ ਫਿਰ ਤੁਸੀਂ ਉੱਥੇ ਪ੍ਰੋਪਰਲੀ ਇਸਲਾਮਿਕ ਲਾ ਜਿਹੜੇ ਉਹ ਲਾਗੂ ਨਹੀਂ ਕਰ ਪਾਓਗੇ। ਸੋ ਇਹ ਜਿਹੜੀ ਉਹਨਾਂ ਦੀ ਆਪਣੀ ਕੰਟਰਾਡਿਕਸ਼ਨ ਆ ਵਿਦਨ ਗਰੁੱਪ ਜਾਂ ਇਸਲਾਮਿਕ ਸਟੇਟ ਦੇ ਨਾਲ ਜਿਹੜਾ ਉਹਨਾਂ ਦਾ ਝਗੜਾ ਆ, ਇਹ ਅੱਗੇ ਜਾ ਕੇ ਕੀ ਰੰਗ ਲਿਆਏਗਾ, ਕਿੰਨੀ ਕੁ ਤਾਕਤਵਰ ਹੋਏਗੀ। 2000 ਲੜਾਕਾ ਤੁਸੀਂ ਦੱਸ ਰਹੇ ਹੋ ਵੀ ਉਹਨਾਂ ਦਾ ਹੈ ਜਿਹੜੇ ਖੁਰਾਸਾਨ ਵਾਲੇ ਆ, ਪਰ ਦੂਜੇ ਪਾਸੇ ਇਹਨਾਂ ਕੋਲ 75000 ਲੋਕ ਨੇ, ਹੁਣੇ ਪਾਵਰ 'ਚ ਆ ਗਏ ਨੇ ਤੇ ਕੁਝ ਲੋਕ ਹੋਰ ਵੀ ਇਹਨਾਂ ਨਾਲ ਜੁੜ ਜਾਣਗੇ। ਸੋ ਐਡੀ ਸ਼ਕਤੀਸ਼ਾਲੀ ਇੱਕ ਆਰਗੇਨਾਈਜੇਸ਼ਨ ਨਾਲ ਜਿਨ੍ਹਾਂ ਕੋਲ ਬਹੁਤ ਸਾਰੇ ਹਥਿਆਰ ਆ ਪਹਿਲਾਂ ਹੀ, ਤੇ ਕੁਝ ਹਥਿਆਰ ਅਮਰੀਕੀ ਛੱਡ ਗਏ ਨੇ ਜਿਹੜੇ ਹੁਣ ਇਹਨਾਂ ਦੇ ਕਬਜ਼ੇ 'ਚ ਆ ਗਏ ਨੇ, ਤੇ ਉਹ ਸਾਰਾ ਕੁਝ ਦੇ ਮੁਕਾਬਲੇ 2000 ਦੇ ਜਿਹੜੇ ਲੜਾਕੇ ਨੇ ਉਹ ਕਿੰਨਾ ਕੁ ਵਿਰੋਧ ਕਰਨਗੇ, ਕਿੱਦਾਂ ਦੀ ਖਾਨਾ ਜੰਗੀ ਰਹੂਗੀ, ਇਹ ਤੇ ਹੁਣ ਆਉਣ ਵਾਲੇ ਸਮੇਂ ਨੂੰ ਪਤਾ ਲੱਗੇਗਾ ਜੀ। ਦੇਖੋ ਜਿਹੜੇ ਤਾਲਿਬਾਨ ਦੱਸੇ ਗਏ 70 ਤੋਂ 75,000 ਤੇ ਮੁਕਾਬਲੇ 'ਚ ਜਿਹੜੀ ਅਫਗਾਨ ਫੌਜ ਸੀ ਉਹ 3 ਲੱਖ ਦੱਸੀ ਗਈ। ਫਿਰ 3 ਲੱਖ ਫੌਜ ਜਿਹੜੀ ਅਫਗਾਨਿਸਤਾਨ ਦੀ ਤੇ ਨਾਲ ਅਮਰੀਕਾ ਤੇ ਨੈਟੋ ਦੀ ਜਿਹੜੀ ਆਰਮੀ ਨੇ ਰਹੀ ਉੱਥੇ, ਐਡੀ ਵੱਡੀ ਤਾਕਤ ਨੂੰ 75,000 ਦੇ ਕਰੀਬ ਤਾਲਿਬਾਨ ਨੇ ਜਿਹੜਾ ਆ ਉਹ ਭੱਜਣ ਲਈ ਉੱਥੋਂ ਮਜਬੂਰ ਕਰ ਦਿੱਤਾ। ਤਾਂ ਇੱਧਰ 75,000 ਹੈ ਤੇ ਉੱਧਰ ਜਿਹੜੇ IS ਜਾਂ ਇਸਲਾਮੀ ਖੁਰਾਸਾਨ ਦੇ ਲੜਾਕੇ 2000 ਦੱਸੇ ਜਾ ਰਹੇ ਆ। ਕੀ ਏਦਾਂ ਹੋ ਸਕਦਾ ਹੈ ਜਿੱਦਾਂ ਤਾਲਿਬਾਨ ਜਿਹੜੇ ਆ ਉਹਨਾਂ ਨੇ 3 ਲੱਖ ਤੋਂ ਜ਼ਿਆਦਾ ਫੌਜ ਅਮਰੀਕਾ ਨਾਲ ਨਾਟੋ ਦੀਆਂ ਫੌਜਾਂ ਉਹਨਾਂ ਸਾਰਿਆਂ ਨੂੰ ਜਾਣ ਲਈ ਮਜਬੂਰ ਕਰ ਦਿੱਤਾ ਹੈ ਤੇ 2000 ਲੜਾਕੇ ਜਿਹੜੇ ਆ ਉਹ 75,000 ਦਾ, ਜਿੱਦਾਂ ਤੁਸੀਂ ਦੱਸਿਆ ਕਿ ਜੇ ਜਦੋਂ ਤੁਸੀਂ ਹਕੂਮਤ 'ਚ ਆ ਜਾਂਦੇ ਹੋ ਤੇ ਬਹੁਤ ਸਾਰੇ ਹੋਰ ਲੋਕ ਨਾਲ ਜੁੜ ਜਾਂਦੇ ਆ, ਤੁਹਾਡੇ ਕੋਲ ਜਿਹੜੀ ਟੋਟਲ ਜਿਹੜੀ ਮਸ਼ੀਨਰੀ ਆ ਉਹਦੇ ਤੁਹਾਡੇ ਕੰਟਰੋਲ 'ਚ ਆ ਜਾਂਦੀ ਹੈ। ਕਿ ਉਹ 2000 ਲੜਾਕੇ ਉਹਨਾਂ ਦਾ ਤਖਤਾ ਪਲਟ ਸਕਦੇ ਆ, ਜਾਂ ਜਿਹੜੇ ਇੱਕ ਪੰਜਸ਼ੀਰ ਸੂਬੇ ਦੇ ਵਿੱਚ ਜਿਹੜੇ ਲੋਕ ਜਿਹੜੇ ਐਕਟਿਵ ਨੇ ਜਾਂ ਤਾਲਿਬਾਨ ਦਾ ਵਿਰੋਧ ਕਰ ਰਹੇ ਨੇ, ਉਹਨਾਂ ਦਾ ਵਿਰੋਧ ਤਾਲਿਬਾਨ ਵਾਸਤੇ ਮੁਸੀਬਤ ਬਣ ਸਕਦਾ ਹੈ। ਇਹ ਸਾਰੀਆਂ ਗੱਲਾਂ ਨੇ, ਪਰ ਉਹਨਾਂ ਦੀ ਜਿਹੜੀ ਵਿਧੀ ਹੈ, ਜਿਹੜੇ ਇਸਲਾਮੀ ਜਿਹੜੇ ਸਟੇਟ ਵਾਲੇ ਬੰਦੇ ਹੈਗੇ ਆ ਉੱਥੇ ਜਿਹੜੇ 2000 ਲੜਾਕੇ ਦੱਸੇ ਜਾ ਰਹੇ ਆ, ਉਹ ਵਿਧੀ ਉਹ ਪੁਰਾਣੇ ਤਾਲਿਬਾਨ ਦੀ ਹੈਗੀ ਆ, ਜਿਹੜੇ ਉਹ ਕਹਿ ਵੀ ਰਹੇ ਆ ਕਿ ਦੇਖੋ ਇਹਨਾਂ ਨੇ ਤਾਂ ਸਮਝੌਤੇ 'ਚ ਹਕੂਮਤ ਹਾਸਲ ਕੀਤੀ ਹੈ ਤੇ ਏਦਾਂ ਰਾਜ ਜਿਹੜੇ ਆ ਜਹਾਦੀ ਰਾਜ ਏਦਾਂ ਨਹੀਂ ਹੋਣੇ ਹੁੰਦੇ, ਜਹਾਦੀ ਰਾਜ ਤਾਂ ਅਸੀਂ ਲੈ ਕੇ ਆਵਾਂਗੇ। ਉਹਨਾਂ ਦੀ ਵਿਧੀ ਉਹ ਆ, ਐਕਸਟ੍ਰੀਮ ਤੇ ਜਾ ਕੇ ਉਹ ਸਾਰਾ ਕੁਝ ਕਰਨਾ ਚਾਹੁੰਦੇ। ਇਸੇ ਕਰਕੇ ਉਹ ਸੁਸਾਈਡਲ ਬੰਬਰ ਜਿਹੜੇ ਉੱਥੇ ਭੇਜੇ ਗਏ, 2 ਜਿਹੜੇ ਧਮਾਕੇ ਹੋਏ। ਸੋ ਉਹ ਏਦਾਂ ਦਾ ਰਹੇਗਾ, ਪਰ ਮੈਨੂੰ ਲੱਗਦਾ ਨਹੀਂ ਹੈ ਕਿ ਉਹ ਕੋਈ ਬਹੁਤ ਵੱਡੀ ਟਰਬਲ ਇਹਨਾਂ ਵਾਸਤੇ ਪੈਦਾ ਕਰ ਸਕਦੇ ਆ। ਹਾਂ, ਅਫਗਾਨਿਸਤਾਨ ਦੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਢੰਗ ਦੇ ਨਾਲ ਜਦੋਂ ਉਹਨਾਂ ਦੇ ਜ਼ੁਲਮ ਜਿਹੜੇ ਆ ਉਹਨਾਂ ਦੀ ਇੰਤਹਾ ਹੋ ਜਾਏਗੀ ਆਪਣੇ ਤਾਲਿਬਾਨ ਦੇ ਜ਼ੁਲਮਾਂ ਦੀ, ਤਾਂ ਅਫਗਾਨਿਸਤਾਨ ਦੇ ਲੋਕ ਜ਼ਰੂਰ ਉੱਠਣਗੇ। ਮੇਰਾ ਇਹ ਸਾਫ਼ ਮੰਨਣਾ ਹੈ ਕਿ ਜਿਹੜੇ ਤਾਲਿਬਾਨ ਹੈ ਇਹ ਵੀ ਉਸੇ ਮਿੱਟੀ ਦੇ ਜਾਏ ਨੇ, ਅਫਗਾਨਿਸਤਾਨ ਦੀ ਉਸੇ ਧਰਤੀ ਦੇ ਜਾਏ ਨੇ, ਤੇ ਜਿਹੜਾ ਵਿਰੋਧ ਵੀ ਉੱਠੇਗਾ ਉੱਥੋਂ ਦੇ ਲੋਕਾਂ ਵੱਲੋਂ, ਜਦੋਂ ਕਿਉਂਕਿ ਅਕਸਰ ਭਾਵੇਂ 20 ਸਾਲ ਹੀ ਸਹੀ ਕੁਝ ਖੁੱਲ੍ਹ ਤਾਂ ਜਿਹੜੀ ਆ ਲਾਜ਼ਮੀ ਤੌਰ ਦੇ ਉੱਤੇ ਉੱਥੋਂ ਦੇ ਲੋਕਾਂ ਨੇ ਮਾਣੀ ਹੈ। ਉਹ ਖੁੱਲ੍ਹ ਜਦੋਂ ਬਿਲਕੁਲ ਹੀ ਖਤਮ ਹੋ ਗਈ ਆ ਹੁਣ, ਤੇ ਜੀਣ ਦਾ ਜਿਹੜਾ ਮੂਲ ਇੱਕ ਬੰਦੇ ਦਾ ਸੁਭਾਅ ਹੁੰਦਾ ਉਹਦੇ ਤੇ ਬਹੁਤ ਵੱਡੇ ਪੱਧਰ ਤੇ ਪਾਬੰਦੀਆਂ ਆਇਦ ਹੋ ਗਈਆਂ, ਉਹ ਬਹੁਤੀ ਦੇਰ ਤੱਕ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਸੋ ਉੱਥੋਂ ਦੇ ਲੋਕ ਹੀ ਕਦੇ ਸ਼ਾਇਦ ਬਦਲ ਦੇਣਗੇ ਸਾਡੇ ਚੀਜ਼ਾਂ ਨੂੰ, ਲੋਕਾਂ ਨੇ ਹੀ ਬਦਲਣਾ ਹੁੰਦਾ ਤੇ ਕਿਸੇ ਹੋਰ ਨੂੰ ਉਹਦੇ 'ਚ ਸਿੱਧੇ ਤੌਰ ਤੇ ਦਖਲ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਪਰ ਅਫਗਾਨਿਸਤਾਨ ਦੀ ਜਾਂ ਇਸ ਧਰਤੀ ਦੀ ਮੁਸ਼ਕਲ ਹੈ, ਮੁਸੀਬਤ ਹੈ ਕਿ ਤਾਕਤਵਰ ਜਿਹੜੇ ਮੁਲਕ ਹੈ ਉਹ ਇਸ ਤਰ੍ਹਾਂ ਦੇ ਮੁਲਕਾਂ ਦੇ ਉੱਤੇ ਕੰਟਰੋਲ ਕਰਨ ਵਾਸਤੇ ਕੁਝ ਕਾਰਨਾਂ ਕਰਕੇ ਲਗਾਤਾਰ ਜਿਹੜੇ ਆ ਕੋਸ਼ਿਸ਼ ਕਰਦੇ ਰਹਿੰਦੇ ਆ, ਜਿਹਦੇ ਕਰਕੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ। ਦਸਾਂਝ ਸਾਹਿਬ, ਥੋੜੀ ਜੀ ਆਪਾਂ ਗੱਲਬਾਤ ਕਰੀਏ, ਸਮਾਂ ਆਪਣੇ ਕੋਲ ਥੋੜਾ ਭਾਰਤ ਦੇ ਬਾਰੇ ਵੀ ਗੱਲ ਕਰੀਏ ਕਿ ਇੱਕ ਖਬਰ ਹੁਣ ਇਹ ਆ ਰਹੀ ਆ ਕਿ ਜਿਹੜੀ ANI ਆਪਣੀ ਏਜੰਸੀ ਹੈ ਜੀ ਇੰਡੀਆ ਦੀ, ਉਹਨੇ ਕਿਹਾ ਆ ਕਿ ਜਿਹੜੀ ਭਾਰਤ ਦੀ ਅਰਥ ਵਿਵਸਥਾ ਆ, ਇਕਨੋਮੀ ਆ, ਉਹ ਹੌਲੀ ਹੌਲੀ ਜਿਹੜੀ ਆ ਪਟੜੀ ਤੇ ਆਉਣੀ ਸ਼ੁਰੂ ਹੋ ਗਈ ਆ,
पिछले साल ਜਿਹੜੀ ਪਹਿਲੀ ਤਬਾਹੀ ਸੀ ਉਹਦੇ ਵਿੱਚ GDP ਨੈਗੇਟਿਵ ਗਰੋਥ ਉਹਦੀ ਸੀਗੀ ਨੈਗੇਟਿਵ 24.4 ਜਿਹੜੀ ਇੰਪਰੂਵ ਹੋ ਕੇ ਹੁਣ 20.1 ਚ ਉਹਦੇ ਵਿੱਚ ਇਨਕਰੀਜ਼ ਹੋਇਆ ਯਾਨੀ ਕਿ ਹੈਗੀ ਤੇ ਅਜੇ ਵੀ ਨੈਗੇਟਿਵ ਆ ਪਹਿਲਾਂ 24% 24.4 ਨੈਗੇਟਿਵ ਸੀਗੀ ਹੁਣ 20.1 ਦਾ ਉਹਦੇ ਚ ਇਜ਼ਾਫਾ ਹੋ ਗਿਆ ਮਤਲਬ ਪੋਜ਼ਿਟਿਵ ਇੰਨਾ ਕੁ ਵਾਧਾ ਹੋਇਆ ਤੇ ਕਹਿ ਰਿਹਾ ਕਿ ਜਿਹੜੀ ਇੱਕ ਪਾਸੇ ਭਾਰਤ ਸਾਰਾ ਸੇਲ ਤੇ ਲਾਇਆ ਹੋਇਆ ਤੇ ਦੂਜੇ ਪਾਸੇ ਇਹ ਵੀ ਦਾਅਵਾ ਕਰ ਰਿਹਾ ਕਿ ਸਾਡੀ ਇਕਨੋਮੀ ਜਿਹੜੀ ਆ ਉਹ ਅੱਗੇ ਨਾਲੋਂ ਮਜ਼ਬੂਤ ਹੋ ਰਹੀ ਆ ਤੇ ਨਾਲ ਦੀ ਨਾਲ ਆਪਾਂ ਦੇਖਿਆ ਵੀ ਕਿਹੜੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਵੀ ਗਵਰਨਮੈਂਟ ਜਿਹੜੀ ਆ ਉਹ ਬੜੀ ਨਮੋਸ਼ੀ ਚੱਲ ਰਹੀ ਆ ਇਕਨੋਮੀ ਵਾਲੇ ਪੱਖ ਤੋਂ ਵੀ ਬਾਕੀ ਗੱਲਾਂ ਤੇ ਫੇਲਿਅਰ ਹੈ ਹੀ ਹੈ ਜਿਹੜੀ ਇਕਨੋਮਿਕਲੀ ਜਿਹੜਾ ਕੋਈ ਕੰਟਰੀ ਪਿੱਛੇ ਚੱਲ ਜਾਂਦਾ ਆ ਤੇ ਫਿਰ ਜਿਹੜੇ ਬਾਹਰਲੀ ਦੁਨੀਆ ਵਾ ਉਹਨੂੰ ਵੀ ਦੂਜੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੀ ਆ ਖਾਸ ਕਰਕੇ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਜਿਨ੍ਹਾਂ ਤੇ ਟੇਕ ਹਮੇਸ਼ਾ ਰਹਿੰਦੀ ਹੈ ਲੱਖ ਕਹੀਏ ਕਿ ਸਾਨੂੰ ਲੋੜ ਨਹੀਂ ਕਿਸੇ ਕੋਲੋਂ ਲੋਨ ਲੈਣ ਦੀ ਲੋਨ ਤੇ ਅਮਰੀਕਾ ਨੂੰ ਵੀ ਲੈਣਾ ਪੈਂਦਾ ਬ੍ਰਿਟਨ ਨੂੰ ਵੀ ਲੈਣਾ ਪੈਂਦਾ ਸਭ ਨੂੰ ਲੈਣਾ ਪੈਂਦਾ ਭਾਵੇਂ ਵਰਲਡ ਬੈਂਕ ਕੋਲ ਲੈਣਾ ਪਏ ਚਾਹੇ IMF ਕੋਲ ਲੈਣਾ ਪਏ ਜਾਂ ਹੋਰ ਜਿਹੜੇ ਵੀ ਅਦਾਰੇ ਨੇ ਤੇ ਫਿਰ ਜਦੋਂ ਉਹਨਾਂ ਦੀ ਉੱਥੇ ਗ੍ਰੇਡਿੰਗ ਹੋ ਜਾਂਦੀ ਆ ਪੂਰ ਹੋ ਜਾਂਦੀ ਆ ਉਹਨਾਂ ਦੀ ਜਿਹੜੀ ਆ A+ ਘਟ ਕੇ B ਚੱਲ ਜਾਂਦੇ ਆ ਜਾਂ ਜਿੱਦਾਂ AAA ਨੂੰ ਚੰਗਾ ਮੰਨਿਆ ਜਾਂਦਾ ਤੇ ਫਿਰ ਕਈ ਪਾਸਿਓਂ ਰਾਹ ਬੰਦ ਹੋ ਜਾਂਦੇ ਇਕਨੋਮੀ ਹੋਰ ਡਾਊਨ ਜਾਣੀ ਸ਼ੁਰੂ ਹੋ ਜਾਂਦੀ ਆ ਕਿ ਠੁੰਮਣਾ ਨੂੰ ਕਿਤੇ ਮਿਲਦਾ ਨਹੀਂ ਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਭਾਰਤ ਜੇ ਚੀਜ਼ਾਂ ਵੇਚ ਕੇ 4 ਸਾਲ ਦੀ ਕਿਤੇ ਪਟੇ ਦੇ ਦੇਣਾ ਉਹ ਅਜੇ ਤੱਕ ਕਿਸੇ ਨੇ ਇਹਨੂੰ ਐਕਸਪਲੇਨ ਨਹੀਂ ਕੀਤਾ ਕਿ ਕਿਹੜਾ ਕਾਰਪੋਰੇਟ ਘਰਾਣਾ ਹੈ ਜਿਹੜਾ ਸਿਰਫ 4 ਸਾਲ ਲਈ ਇਨਵੈਸਟਮੈਂਟ ਕਰਕੇ ਤੇ ਵਾਪਸ ਜਿਹੜਾ ਸਾਰਾ ਕੁਝ ਗਵਰਨਮੈਂਟ ਦੇ ਹੱਥ ਦੇ ਦੂਗਾ ਲੌਂਗ ਟਰਮ ਲੀਜ਼ ਦੀ ਤੇ ਗੱਲ ਨਹੀਂ ਕਰ ਰਹੇ ਸਾਡੇ ਜਿਹੜੇ ਉੱਥੋਂ ਦੇ ਫਾਈਨੈਂਸ ਮਿਨਿਸਟਰ ਨੇ ਨਿਰਮਲਾ ਸੀਤਾਰਮਨ ਕਹਿ ਰਹੇ ਸਿਰਫ 4 ਸਾਲ ਲਈ ਤੇ ਮਲਕੀਅਤ ਤਾਂ ਵੀ ਸਾਡੀ ਰਹੇਗੀ ਸਟੇਟ ਦੀ ਰਹੇਗੀ ਇਹ ਜਿਹੜਾ ਸਾਰਾ ਸਿਸਟਮ ਹੈ ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਨੂੰ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇਹਨੂੰ ਜੇ ਸੌਖੀ ਭਾਸ਼ਾ ਸਮਝਣਾ ਹੋਵੇ ਤਾਂ ਜਿਹੜਾ ਕੋਈ ਇੱਕ ਪਰਿਵਾਰ ਜਿਹੜਾ ਆ ਉਹ ਕਰਜ਼ਾ ਲੈਂਦਾ ਹੈ ਕਰਜ਼ਾ ਲੈਂਦਾ ਹੈ ਫਿਰ ਉਹਦੀ ਆਰਥਿਕਤਾ ਕਿਵੇਂ ਸੁਧਰ ਸਕਦੀ ਹੈ ਕਰਜ਼ਾ ਤੇ ਕਰਜ਼ੇ ਦਾ ਵਿਆਜ ਮੋੜਨ ਵਾਸਤੇ ਅਸੀਂ ਦੁਨੀਆ ਦੇ ਉਹਨਾਂ ਮੁਲਕਾਂ 'ਚ ਸ਼ਾਮਲ ਹੈ ਜਾਂ ਉਹਨਾਂ ਮੋਹਰੀ ਮੁਲਕਾਂ 'ਚ ਹੈ ਜਿਨ੍ਹਾਂ ਨੇ ਜਿਹੜਾ ਕਰਜ਼ਾ ਲਿਆ ਫਿਰ ਉਸ ਕਰਜ਼ੇ ਦਾ ਵਿਆਜ ਦੇਣ ਵਾਸਤੇ ਕਰਜ਼ਾ ਸੰਸਾਰ ਬੈਂਕ ਤੋਂ ਸਾਡਾ ਤਾਂ ਬਾਰ ਕਰਜ਼ੇ 'ਚ ਹੈ ਜੇ ਔਸਤਨ ਕਰਜ਼ੇ ਦੀ ਗੱਲ ਕਰਨੀ ਹੋਵੇ ਤੇ ਜਿਹੜਾ ਬੱਚਾ ਜਨਮ ਲੈਂਦਾ ਭਾਰਤ ਦੇ ਵਿੱਚ ਹਾਲੇ ਉਹਨੇ ਅੱਖਾਂ ਵੀ ਨਹੀਂ ਖੋਲ੍ਹੀਆਂ ਹੁੰਦੀਆਂ ਤਾਂ ਉਹ ਜਿਹੜਾ ਕਰਜ਼ਾ ਉਹਦੇ ਸਿਰ ਦੇ ਉੱਤੇ ਨੀਅਰ ਅਬਾਊਟ 1.5 ਲੱਖ ਰੁਪਏ ਦਾ ਕਰਜ਼ਾ ਹੁੰਦਾ ਹੈ ਐਡਾ ਕਰਜ਼ਾ ਅਸੀਂ ਦੇਣਾ ਆ ਵਿਸ਼ਵ ਬੈਂਕ ਦਾ ਤੇ ਫਿਰ ਉਸ ਕਰਜ਼ੇ ਦਾ ਵਿਆਜ ਦੇਣ ਵਾਸਤੇ ਉਹ ਕਰਜ਼ਾ ਲੈਂਦੇ ਆ ਫਿਰ ਔਰ ਕਰਦੇ ਆ ਜੀ ਫਿਰ ਏਦਾਂ ਕਰੀਏ ਵੀ ਜੋ ਸਾਡੇ ਕੋਲ ਹੈ ਉਹਨੂੰ ਵੇਚ ਕੇ ਉਹ ਥੋੜਾ ਬਹੁਤ ਖਰਚ ਪੂਰੇ ਕੀਤੇ ਜਾ ਸਕਣ ਜਾਂ ਫਿਰ ਲੀਜ਼ ਦਾ ਬਹਾਨਾ ਆ ਸੋ ਜਿਹੜਾ ਲੋਕਾਂ ਨੇ ਕਰਜ਼ੇ ਲਏ ਹੋਣ ਕਰਜ਼ੇ ਦਾ ਵਿਆਜ ਦੇਣ ਵਾਸਤੇ ਕਰਜ਼ਾ ਲਿਆ ਹੋਵੇ ਉਹ ਇਹ ਕਹਿਣ ਵੀ ਲਓ ਜੀ ਤਾਂ ਸਿਰਫ 4 ਸਾਲ ਵਾਸਤੇ ਆ ਜੀ 4 ਸਾਲ ਵਾਸਤੇ ਨਹੀਂ ਹੈ ਉਹ ਤਾਂ ਗਿਆ ਸਮਝੋ ਉਹਦੀ ਕੰਟੀਨਿਊਟੀ ਰਹੇਗੀ ਤੇ ਹੌਲੀ ਉਹਦੇ ਤੇ ਕਬਜ਼ਾ ਹੋਏਗਾ ਤੇ ਫਿਰ ਉਹ ਸਾਡਾ ਜਿਹੜਾ ਜਿਸ ਇਨਵੈਸਟਮੈਂਟ ਕਹਿੰਦੇ ਆ ਪੂਰਾ ਜਿਹੜਾ ਪੈਸਾ ਜਿਹੜਾ ਸਾਡਾ ਨਿਕਲਿਆ ਆਏਗਾ ਤੇ ਉਹਦੀ ਮਾਲਕੀ ਜਿਹੜੀ ਹੈ ਉਹ ਕਾਰਪੋਰੇਟ ਦੀ ਉਹਦੇ ਤੇ ਹੋ ਜਾਏਗੀ ਕੱਲੀ ਚੀਜ਼ ਜਿਹੜੀ ਉਹ ਦੇਖੀ ਜਾ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ 2024 ਤੱਕ ਕੋਈ ਚੀਜ਼ ਰਹੇਗੀ ਜਿਹੜੀ ਅਸੀਂ ਨਹੀਂ ਦੇਣੀ ਲੀਜ਼ ਦੇ ਬਹਾਨੇ ਜਿਹੜੀ ਹੈ ਕਾਰਪੋਰੇਟ ਸੋ ਦੇਸ਼ ਮੁਲਕ ਦੇ ਵਿੱਚ ਜਿਹੜੀ ਸਾਡੇ ਵਿਰਾਸਤੀ ਜਿਹੜੇ ਕੁਝ ਭਵਨ ਨੇ ਜਿਹਦੇ 'ਚ ਲਾਲ ਕਿਲ੍ਹਾ ਵੀ ਸ਼ਾਮਲ ਹੈ ਇਹਦੀ ਤਹਿਸੀਲ ਤੋਂ ਹਰ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦੇ ਆ ਭਾਸ਼ਣ ਕਰਦੇ ਆ ਜੋ ਲਾਲ ਕਿਲ੍ਹਾ ਵੀ ਤੁਸੀਂ ਟਾਟਾ ਵਰਗੀ ਕੰਪਨੀ ਨੂੰ ਦੇ ਦੇਣਾ ਹੈ ਤੇ ਜਿਹੜਾ ਕਿ ਪ੍ਰੋਫਿਟੇਬਲ ਸੀ ਸਰਕਾਰ ਸੁਣਦਿਆਂ ਸਾਡੇ ਕੋਲ ਸਾਨੂੰ ਉਹਦਾ ਮੁਨਾਫਾ ਸੀ ਉਹਦੇ ਜਿੰਨੇ ਸੈਲਾਨੀ ਆਉਂਦੇ ਸੀ ਉਹਨਾਂ ਦਾ ਸਾਰਾ ਕੁਝ ਕਾਲਕੁਲ ਕੇ ਦੇਖ ਵੀ ਤਾਂ ਵੀ ਸਾਨੂੰ ਪ੍ਰੋਫਿਟ ਹੁੰਦਾ ਸੀ ਜਿੱਦਾਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਬਿਜਲੀ ਦੇ ਜਿਹੜੇ ਨਵੇਂ ਸਮਝੌਤੇ ਕੀਤੇ ਗਏ ਐਗਰੀਮੈਂਟ ਕੀਤੇ ਗਏ ਮਤਲਬ ਪਿਛਲੇ 3 ਸਾਲ ਤੋਂ ਚੰਡੀਗੜ੍ਹ ਦੇ ਵਿੱਚ ਭਾਰਤ 'ਚ ਸਭ ਤੋਂ ਜ਼ਿਆਦਾ ਸਸਤੀ ਬਿਜਲੀ ਤੇ ਨਿਰਵਿਘਨ ਬਿਜਲੀ ਦੇ ਬਾਵਜੂਦ ਚੰਡੀਗੜ੍ਹ ਦਾ ਜਿਹੜਾ ਬਿਜਲੀ ਅਥਾਰਟੀ ਸੀਗੀ ਉਹ 150 ਕਰੋੜ ਰੁਪਏ ਹਰ ਸਾਲ ਮੁਨਾਫੇ 'ਚ ਸੀ 150 ਕਰੋੜ ਰੁਪਏ
ਪਰ ਉਹ ਵੀ ਮਤਲਬ ਤੁਸੀਂ ਛੱਡ ਕੇ ਤੇ ਸਿੱਧੇ ਤੌਰ ਦੇ ਉੱਤੇ ਉਹ 1 ਰੁਪਏ ਲੀਜ਼ ਦੇ ਉੱਤੇ ਸਾਰਾ ਕੁਝ ਜਿਹੜਾ 6000 ਕਰੋੜ ਰੁਪਏ ਦਾ ਸਟਰਕਚਰ ਜਿਹੜਾ ਆਪਣਾ ਤੁਸੀਂ ਦੇਖਦਾ ਹੈ। ਸੋ ਇਹ ਸਾਰਾ ਕੁਝ ਏਦਾਂ ਚੱਲਦਾ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਇਕਨੋਮੀ ਜਿਹੜੀ ਆ ਉਹ ਕਾਗਜ਼ਾਂ ਦੇ ਵਿੱਚ ਭਾਵੇਂ ਹਾਲੇ ਵੀ ਨੈਗੇਟਿਵ ਹੈ, ਪਰ ਅੱਗੇ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ ਤੇ ਕੋਈ ਸੱਚਮੁੱਚ ਹਕੀਕੀ ਤੌਰ ਦੇ ਉੱਤੇ ਉਹ ਪੋਜ਼ਿਟਿਵ ਹੋਏਗੀ ਤੇ ਖੁਸ਼ਹਾਲੀ ਜਾਂ ਤਰੱਕੀ ਜਾਂ ਇਕਨੋਮੀ ਕਿੰਨੀ ਗਰੋਥ 'ਚ ਹੈ, ਉਹ ਭਾਰਤ ਦੇ ਜਾਂ ਕਿਸੇ ਵੀ ਮੁਲਕ ਦੇ ਆਮ ਬੰਦੇ ਦੀ ਰੋਜ਼ੀ ਰੋਟੀ ਨਾਲ ਤੇ ਉਹਦੇ ਆਮ ਬੰਦੇ ਦੀ ਖੁਸ਼ਹਾਲੀ ਨਾਲ ਜੁੜਿਆ ਮਸਲਾ ਹੈ। ਕਾਗਜ਼ਾਂ ਦੇ ਵਿੱਚ ਅੰਕੜਿਆਂ ਦੇ ਨਾਲ ਖੁਸ਼ਹਾਲੀ ਪੇਸ਼ ਨਹੀਂ ਕੀਤੀ ਜਾ ਸਕਦੀ। ਕਿ ਭਾਰਤ ਦਾ ਆਮ ਨਾਗਰਿਕ ਜਿਹੜਾ ਆ ਉਹਦੇ ਕੋਲ 2 ਵਕਤ ਦੀ ਰੋਟੀ ਜੋਗਾ ਕੋਈ ਜੁਗਾੜ ਹੈ, ਇਹ ਤੈਅ ਕਰੇਗਾ ਕਿ ਭਾਰਤ ਇਕਨੋਮੀ ਦੇ ਤੌਰ ਦੇ ਉੱਤੇ ਆਰਥਿਕ ਤੌਰ ਤੇ ਕਿੰਨਾ ਹੈ, ਨਾ ਕਿ ਕਾਗਜ਼ਾਂ 'ਚ ਜੋ ਕੁਝ ਪੇਸ਼ ਕੀਤਾ ਜਾ ਰਿਹਾ। ਦਸਾਂ ਸਾਹਿਬ, ਫਰੂਖ ਅਬਦੁੱਲਾ ਰਾਂ ਦਾ ਇੱਕ ਬਿਆਨ ਆਇਆ, ਇਸ ਗਵਰਨਮੈਂਟ ਨੇ ਫੜ ਕੇ ਉਹਨਾਂ ਨੂੰ 8-9 ਮਹੀਨੇ ਅੰਦਰ ਦੇ ਰੱਖਿਆ ਸੀਗਾ, ਦੋਵਾਂ ਪਿਓ ਪੁੱਤਾਂ ਨੂੰ, ਤੇ ਹੁਣ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਬਿਰਲਾ ਸਾਹਿਬ, ਉਹਨਾਂ ਦੀ ਹਾਜ਼ਰੀ 'ਚ ਇੱਕ ਕੋਈ ਕਾਨਫਰੰਸ ਹੋਈ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨਿਸ਼ਚਿਤ ਤੌਰ ਤੇ ਸਾਡੀ ਜਿਹੜੀ ਸਰਕਾਰ ਆ ਜੰਮੂ ਕਸ਼ਮੀਰ 'ਚ ਬਣ ਜਾਏਗੀ, ਅਗਲੀ ਵਾਰ ਸਰਕਾਰ ਸਾਡੀ ਬਣੇਗੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੇ ਦੇਸ਼ ਦੇ ਨਾਲ ਖੜੇ ਆ, ਸਾਨੂੰ ਜਿਹੜੇ ਲੀਡਰ ਐ, ਐਸੀ ਲੀਡਰ ਆ, ਸਾਨੂੰ ਸਿੱਧਾ ਟੈਰਰ ਜਿਹੜਾ ਉਹਦਾ ਤੋਂ ਡਰ ਆ, ਜਿਹੜੀਆਂ ਉਹਨਾਂ ਦੀ ਲਿਸਟ ਦੇ ਉੱਤੇ ਅਸੀਂ ਲੋਕ ਆ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਬੀਜੇਪੀ ਜਿਹੜੀ ਮੁਫਤੀ ਵਾਲੀ ਪਾਰਟੀ ਉਹਨੂੰ ਛੱਡ ਕੇ ਅਜਮਾਣਾ ਚਾਹ ਰਹੀ ਆ ਫਰੂਖ ਅਬਦੁੱਲਾ ਰਾਂ ਨੂੰ, ਜਿੱਦਾਂ ਕਾਂਗਰਸ ਕਰਦੀ ਰਹੀ ਆ, ਕਦੀ ਇੱਕ ਧਿਰ ਨਾਲ ਕਦੀ ਦੂਜੀ ਧਿਰ ਨਾਲ? ਕੀ ਇਦਾਂ ਦੀ ਕੋਈ ਗੇਮ ਚੱਲ ਰਹੀ ਆ ਕਿ ਬੀਜੇਪੀ ਦੇ ਲੀਡਰਾਂ ਦੀ ਹਾਜ਼ਰੀ 'ਚ ਫਰੂਖ ਅਬਦੁੱਲਾ ਦਾਅਵਾ ਕਰ ਰਹੇ ਆ ਕਿ ਨਿਸ਼ਚਿਤ ਤੌਰ ਤੇ ਉਹਨਾਂ ਦੀ ਸਰਕਾਰ ਜਿਹੜੀ ਉਹ ਬਣ ਜਾ ਰਹੀ ਹੈ ਅਗਲੀ? ਦੇਖੋ, ਗੱਲ ਇਹ ਆ ਵੀ ਵੈਸੇ ਤਾਂ ਸਾਡੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੀ ਚੋਣ ਗੱਠਜੋੜ ਹੁੰਦੇ ਨੇ, ਉਹਦੇ 'ਚ ਵੱਖ-ਵੱਖ ਪਾਰਟੀਆਂ ਦਾ ਸਿਧਾਂਤਕ ਪੈਮਾਨਾ ਜਿਹੜਾ ਆ ਉਹ ਕਿਤੇ ਦਿਖਾਈ ਨਹੀਂ ਦਿੰਦਾ। ਜੰਮੂ ਕਸ਼ਮੀਰ ਦੇ ਹਵਾਲੇ ਨਾਲ ਹੀ ਮਹਿਬੂਬਾ ਮੁਫਤੀ ਦੇ ਨਾਲ ਜਿਹੜੀ ਸਾਂਝ ਰਹੀ 3.5 ਸਾਲ ਭਾਰਤੀ ਜਨਤਾ ਪਾਰਟੀ, ਉਹ ਕਿਸੇ ਵੀ ਪੱਧਰ ਤੇ ਉਹਨੂੰ ਸਿਧਾਂਤਕ ਸਾਂਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇੱਕ ਪਾਸੇ ਮਹਿਬੂਬਾ ਮੁਫਤੀ ਦੀ ਪਾਰਟੀ ਹੈ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਹੈ। ਦੋਨਾਂ ਦੇ ਜਿਹੜੇ ਓਪਨਲੀ ਜਿਹੜੇ ਕਹਿ ਲਓ ਵੀ ਸਿਧਾਂਤ ਨੇ ਉਹ ਸਾਫ਼ ਨੇ। ਉਹ ਜੰਮੂ ਕਸ਼ਮੀਰ ਦੇ ਵਿੱਚ ਖੁਦਮੁਖਤਿਆਰੀ ਜਿਹੜੀ ਹੈਗੀ ਆ ਉਹਦੇ ਪੈਰੋਕਾਰ ਨੇ, ਜਾਂ ਈਵਨ ਉਹ ਅਫਜ਼ਲ ਗੁਰੂ ਨੂੰ ਸ਼ਹੀਦ ਮੰਨਦੇ ਨੇ ਮਹਿਬੂਬਾ ਮੁਫਤੀ, ਤੇ ਇੱਧਰ ਅਫਜ਼ਲ ਗੁਰੂ ਨੂੰ ਦਹਿਸ਼ਤਗਰਦ ਮੰਨਦੇ ਨੇ ਭਾਰਤੀ ਜਨਤਾ ਪਾਰਟੀ ਵਾਲੇ, ਤੇ ਸਾਰੀ ਤਾਕਤ ਆਪਣੇ ਹੱਥ ਰੱਖਣ ਦਾ ਦਾਅਵਾ ਉਹਨਾਂ ਦੇ ਕੋਲ। ਤੇ ਉਹਨਾਂ ਦਾ 3.5 ਸਾਲ ਦਾ ਜਿਹੜਾ ਸਾਂਝੀ ਹਕੂਮਤ ਰਹੀ ਉੱਥੇ, ਉਹ ਸਿੱਧੇ ਤੌਰ ਦੇ ਉੱਤੇ ਉੱਥੋਂ ਦੇ ਲੋਕਾਂ ਨਾਲ ਧੋਖਾ ਸੀ। ਸਿਧਾਂਤਕ ਪੈਮਾਨਾ ਇਹਨਾਂ ਦਾ ਕੋਈ ਨਹੀਂ ਸੀ। ਤੇ ਇਹਦੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ, ਉਸ ਤੋਂ ਪਹਿਲਾਂ ਵੀ ਜਨਸੰਘ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਿਸ਼ਤਾ ਰਿਹਾ, 25 ਸਾਲ ਤੱਕ ਤਾਂ ਬੀਜੇਪੀ ਦਾ ਰਿਸ਼ਤਾ ਰਿਹਾ, ਰਲ ਕੇ ਸਰਕਾਰਾਂ ਬਣਾਉਂਦੇ ਰਹੇ। ਤੇ ਸ਼੍ਰੋਮਣੀ ਅਕਾਲੀ ਦਲ ਕਾਗਜ਼ਾਂ ਦੇ ਵਿੱਚ ਸੂਬਿਆਂ ਨੂੰ ਵਧੇਰੇ ਅਧਿਕਾਰਾਂ ਦਾ ਰਾਖਾ ਆ, ਤੇ ਭਾਰਤੀ ਜਨਤਾ ਪਾਰਟੀ ਜੋ ਹੈ ਆਪਾਂ ਨੂੰ ਪਤਾ ਹੈ ਫਿਰ ਵੀ ਉਹਨਾਂ ਦੀ ਸਾਂਝ ਜਿਹੜੀ, ਇਹਦਾ ਮਤਲਬ ਕੁਰਸੀ ਦੀ ਸਾਂਝ ਸੀ, ਸਿਧਾਂਤਕ ਤੌਰ ਤੇ ਸਾਂਝ ਸੀ। ਸੋ ਇਸ ਤਰ੍ਹਾਂ ਦੇ ਸਿਧਾਂਤਹੀਣ ਰਾਜਨੀਤਿਕ ਮਾਹੌਲ ਦੇ ਵਿੱਚ ਕਿਹਦੇ ਨਾਲ ਚਲੇ ਜਾਣਾ ਹੈ, ਕੁਝ ਨਹੀਂ ਕਿਹਾ ਜਾ ਸਕਦਾ। ਫਿਰ ਵੀ ਮੈਨੂੰ ਲੱਗਦਾ ਹੈ ਕਿ ਨੈਸ਼ਨਲ ਕਾਨਫਰੰਸ ਜਿਹੜੀ ਹੈ ਉਮਰ ਅਬਦੁੱਲਾ ਜਾਂ ਫਾਰੂਕ ਅਬਦੁੱਲਾ ਦੀ ਪਾਰਟੀ ਹੈ, ਜਾਂ ਖੁਦ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ, ਉਹ ਕੱਟੜ ਆਲੋਚਕ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ। ਸ਼ਾਇਦ ਉਹ ਇਸ ਪਾਸੇ ਵੱਲ ਨਾ ਜਾਣ, ਪਰ ਕਿਹਾ ਕੁਝ ਨਹੀਂ ਜਾ ਸਕਦਾ, ਕਿਉਂਕਿ ਜਿਸ ਤਰ੍ਹਾਂ ਦਾ ਉੱਥੇ ਅਲਾਇੰਸ ਬਣਿਆ, ਗੁਪਕਾਰ ਅਲਾਇੰਸ ਜਿਹਨੂੰ ਕਿਹਾ ਗਿਆ, ਜਿਸ ਤਰ੍ਹਾਂ ਦਾ ਉੱਥੇ 11 ਮਹੀਨੇ ਦਾ ਨਜ਼ਰਬੰਦੀ ਜਿਹੜੀ ਕੱਟੀ ਹੈ, ਸਾਰੀ ਰਾਜਨੀਤਿਕ ਜਿਹੜੀ ਧਿਰ ਹੈ, ਚਾਹੇ ਮਹਿਬੂਬਾ ਮੁਫਤੀ ਹੈ, ਚਾਹੇ ਨੈਸ਼ਨਲ ਕਾਨਫਰੰਸ ਹੈ, ਚਾਹੇ ਕਾਂਗਰਸ ਹੈ, ਜਾਂ ਜਿਹੜੇ ਵੀ ਹੋਰ ਉੱਥੇ ਵਿਰੋਧੀ ਨੇ ਭਾਰਤੀ ਜਨਤਾ ਪਾਰਟੀ, ਉਹ ਨਜ਼ਰਬੰਦੀ ਸ਼ਾਇਦ ਉਹ ਨਾ ਭੁੱਲਣ। ਪਰ ਕੁਝ ਵੀ ਹੋ ਸਕਦਾ, ਜਿੱਦਾਂ ਸਿਧਾਂਤਹੀਣ ਮਾਹੌਲ ਦੇ ਵਿੱਚ ਕਦੋਂ ਕਿਹਦੀ ਸਾਂਝ ਪੈ ਜਾਣੀ ਹੈ, ਕੋਈ ਪੱਕਾ ਤੁਹਾਡਾ ਦੁਸ਼ਮਣ ਨਹੀਂ ਹੈ, ਲਫ਼ਜ਼ਾਂ ਦੇ ਵਿੱਚ ਦੁਸ਼ਮਣੀਆਂ ਨਿਭਾਈਆਂ ਜਾਂਦੀਆਂ, ਕੋਈ ਪੱਕਾ ਤੁਹਾਡਾ ਮਿੱਤਰ ਨਹੀਂ ਹੈ, ਲਫ਼ਜ਼ਾਂ 'ਚ ਮਿੱਤਰਤਾ ਨਿਭਾਈ ਜਾਂਦੀ ਹੈ। ਉੱਥੇ ਕਦੋਂ ਮਿੱਤਰ ਨੇ ਦੁਸ਼ਮਣ ਬਣ ਜਾਣਾ, ਕਦੋਂ
ਦੁਸ਼ਮਣ ਨੇ ਮਿੱਤਰ ਬਣ ਜਾਣਾ ਕੁਝ ਨਹੀਂ ਕਿਹਾ ਜਾ ਸਕਦਾ। ਸਾਂਝ ਸਾਹਿਬ, ਸਮਾਂ ਬਹੁਤ ਘੱਟ ਹੈ ਆਪਣੇ ਕੋਲ, ਫਟਾਫਟ ਇੱਕ ਅੱਧੀ ਗੱਲ ਤੁਹਾਡੇ ਨਾਲ ਕਰਨੀ ਹੈ। ਇੱਕ ਗੱਲ ਤੇ ਮੈਂ ਤੁਹਾਡੇ ਨਾਲ ਕਈ ਦਿਨਾਂ ਦੀ ਰੁਕੀ ਪਈ ਹੈ, ਜਿਹੜੀ ਕਰਨੀ ਚਾਹ ਰਿਹਾ ਸੀ, ਉਹ ਸੀਗਾ ਪਾਪੂਲੇਸ਼ਨ ਕੰਟਰੋਲ ਦਾ। ਯੂਪੀ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਫਾਰਮੂਲਾ ਕੱਢਿਆ ਹੈ, ਉਹ ਕਾਫੀ ਖਤਰਨਾਕ ਜਿਹਾ ਫਾਰਮੂਲਾ ਸੀ, ਉਹ ਤੇ ਬਹੁਤੀ ਗੱਲ ਆਪਾਂ ਨਹੀਂ ਕਰ ਸਕੇ। ਉਹ ਕੀ ਹੈ? ਤੇ ਦੂਸਰਾ, ਪੰਜਾਬ ਦੇ ਵਿੱਚ ਹਰੀਸ਼ ਰਾਵਤ ਵੀ ਆਏ ਆ, ਜਿਸ ਤਰ੍ਹਾਂ ਲੱਗ ਰਿਹਾ ਸੀ, ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਹਰੀਸ਼ ਰਾਵਤ ਨੇ ਅੱਜ ਫਿਰ ਆਉਂਦਿਆਂ ਹੀ ਪਹਿਲਾਂ ਪੰਜਾਬ ਭਵਨ ਤੇ ਫਿਰ ਪਹਿਲਾਂ ਸਿੱਧੂ ਹੋਰਾਂ ਨੂੰ ਮਿਲਿਆ, ਫਿਰ ਕਿਤੇ ਹੋਰ ਗਏ ਆ। ਤੇ ਨਾਲ ਦੀ ਨਾਲ ਇੱਕ ਬਿਆਨ ਆਇਆ ਕੈਪਟਨ ਸਾਹਿਬ ਦਾ ਕਿ ਬਿਜਲੀ ਸਮਝੌਤੇ ਪੂਰੀ ਤੌਰ ਤੇ ਰੱਦ ਨਹੀਂ ਹੋ ਸਕਦੇ, ਕਿਉਂਕਿ 14,000 ਮੈਗਾਵਾਟ ਬਿਜਲੀ ਦੀ ਲੋੜ ਹੈ ਤੇ ਅਸੀਂ ਜਿਹੜਾ ਨੈਸ਼ਨਲ ਗ੍ਰਿਡ ਹੈ ਤੋਂ 7,000 ਮੈਗਾਵਾਟ ਤੋਂ ਵੱਧ ਖਰੀਦ ਨਹੀਂ ਸਕਦੇ, ਤੇ ਇਸ ਕਰਕੇ ਅਸੀਂ ਬਿਜਲੀ ਵਾਲੇ ਸਮਝੌਤੇ ਰੱਦ ਨਹੀਂ ਕਰ ਸਕਦੇ। ਇਹਨੂੰ ਲੈ ਕੇ ਵੀ ਵਿਵਾਦ ਫਿਰ ਵਧਣ ਦੀ ਸੰਭਾਵਨਾ ਹੈ। ਤੇ ਦੂਜੇ ਪਾਸੇ ਹਰੀਸ਼ ਰਾਵਤ ਨੇ ਇਹ ਕਹਿ ਦਿੱਤਾ ਕਿ ਨਵਜੋਤ ਸਿੱਧੂ ਵਿਰੋਧੀਆਂ ਦੀ ਇੰਟਰਨੈਟ ਖੜਕਾਉਣਗੇ, ਹੋਰ ਕਿਸੇ ਦੀ ਨਹੀਂ। ਯਾਨੀ ਕਿ ਕਾਫੀ ਕੁਝ ਤਬਦੀਲੀਆਂ ਜਿਹੜੀਆਂ ਨੇ ਬਿਆਨਾਂ 'ਚ ਆ ਰਹੀਆਂ ਨੇ। ਕਿਉਂਕਿ ਜਿਹੜੇ ਪੰਜਾਬ ਦੀ ਪੋਲਿਟਿਕਸ ਹੈ ਨਾ ਜੀ, ਉਹ ਖਾਸ ਤੌਰ ਤੇ ਕਾਂਗਰਸ ਪਾਰਟੀ ਦੀ ਪੋਲਿਟਿਕਸ, ਇੱਕ ਗੱਲ ਤਾਂ ਮੰਨ ਕੇ ਚੱਲੀਏ ਵੀ ਸ਼੍ਰੋਮਣੀ ਅਕਾਲੀ ਦਲ ਬਹੁਤ ਜ਼ਿਆਦਾ ਬੁਰੀ ਹਾਲਤ ਦੇ ਹੋਣ ਦੇ ਬਾਵਜੂਦ ਵੀ ਉਹ ਅੱਗੇ ਨੂੰ ਸਰਵਾਈਵ ਕਰਦਾ ਦਿਖਾਈ ਦੇ ਰਿਹਾ। ਉਹ ਤੁਰ ਪਿਆ। ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਆਪਣੀ ਉਹਨੇ ਕੰਪੇਨ ਸ਼ੁਰੂ ਕਰ ਦਿੱਤੀ ਹੈ, ਤੇ ਜਿੱਥੇ ਜਾਂਦੇ ਆ ਉਹ ਕੋਈ ਨਾ ਕੋਈ ਕੈਂਡੀਡੇਟ ਆਪਣਾ ਖੜਾ ਕਰ ਦਿੰਦੇ ਆ, ਅਨਾਉਂਸਲੀ ਕਹਿ ਦਿੰਦੇ ਆ ਵੀ ਸਾਡਾ ਉਮੀਦਵਾਰ ਇਹ ਹੈ। ਜਾਣੀ ਇਸ ਮਰਹਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਚੱਲ ਰਿਹਾ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨਾਲੋਂ। ਤੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਕੁਝ ਅੰਦਰੂਨੀ ਜਿਹੜੀਆਂ ਦਿੱਕਤਾਂ ਉਹਦੇ ਨਾਲ ਜੂਝ ਰਹੀ ਹੈ। ਆਮ ਆਦਮੀ ਪਾਰਟੀ ਸੀਐਮ ਦੇ ਚਿਹਰੇ ਨੂੰ ਲੈ ਕੇ ਦਿੱਕਤ ਦੇ ਵਿੱਚ ਹੈ। ਖੁਦ ਭਗਵੰਤ ਮਾਨ ਜਿਹੜੇ ਆ ਉਹ ਨਾਰਾਜ਼ ਜਾਪਦੇ ਆ ਤੇ ਲਵਾਰਸ ਛੱਡ ਕੇ ਆਮ ਆਦਮੀ ਪਾਰਟੀ ਨੂੰ ਵਿਪਾਸਨਾ ਤੇ ਚਲੇ ਗਏ ਨੇ ਅਰਵਿੰਦ ਕੇਜਰੀਵਾਲ। ਉਹ ਹਰ ਵਾਰੀ ਜਾਂਦੇ, ਹਰ ਸਾਲ ਹੀ ਜਾਂਦੇ ਆ। ਉਹ ਇਸ ਮੌਕੇ ਤੇ ਗਏ ਨੇ, 10 ਦਿਨ ਦਾ ਉਹਨਾਂ ਦਾ ਵਿਪਾਸਨਾ ਦਾ ਉਹ ਜਿਹੜਾ ਕੈਂਪ ਹੋਏਗਾ। ਕਿੱਥੇ ਗਏ ਕਿੱਥੇ ਨਹੀਂ ਪਤਾ ਨਹੀਂ, ਕਿਹੜਾ ਆਤਮ ਮੰਥਨ ਉਹਨਾਂ ਨੇ ਕਰਨਾ। ਪਿਛਲੀ ਵਾਰੀ ਬੰਗਲੌਰ ਤੇ ਮਹਾਰਾਸ਼ਟਰ ਗਏ ਸੀ, ਹੁਣ ਕਿੱਥੇ ਗਏ ਕਿਸੇ ਨੂੰ ਪਤਾ ਨਹੀਂ। ਤੇ ਇਹਦਾ ਮਤਲਬ 10 ਦਿਨ ਤਾਂ ਪੰਜਾਬ ਦੇ ਵਿੱਚ ਸੀਐਮ ਦੇ ਚਿਹਰਾ ਕਿਹੜਾ ਹੋਊਗਾ ਕਿਹੜਾ ਨਹੀਂ ਹੋਊਗਾ, ਇੱਥੇ ਕਹਾਣੀ ਜਿਹੜੀ ਇੱਥੇ ਚੱਲਦੀ ਰਹਿਣੀ ਹੈ। ਤੇ ਭਗਵੰਤ ਮਾਨ ਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਨਜ਼ਰੀਆ ਰਹਿੰਦਾ ਹੈ ਜਾਂ ਕੀ ਉਹ ਕਰਨਾ ਚਾਹੁੰਦੇ ਆ, ਇਹ ਵੀ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਸੋ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੀ ਕੰਪੇਨ ਕਿਤੇ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਕਾਂਗਰਸ ਪਾਰਟੀ ਵੀ ਕਿਤੇ ਕੰਪੇਨ ਨਹੀਂ ਹੈ, ਕਿਉਂਕਿ ਉਹਨਾਂ ਦਾ ਖਾਤਾ ਕਲੇਸ਼ ਮੁੱਕੇ ਨਹੀਂ ਰਿਹਾ। ਸੰਕਟ ਹੱਲ ਕਰਨ ਦੇ ਨਾਂ ਦੇ ਉੱਤੇ ਨਵੇਂ ਸੰਕਟ ਪੈਦਾ ਹੁੰਦੇ ਤੇ ਹੁਣ ਆਏ ਨੇ ਹਰੀਸ਼ ਰਾਵਤ। ਆਉਣ ਤੋਂ ਪਹਿਲੇ ਉਹਨਾਂ ਨੇ ਆਹ ਗੱਲ ਕਹੀ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਦੇਖੋ ਜੀ ਜਿਹੜਾ ਨਵਜੋਤ ਸਿੱਧੂ ਦਾ ਬਿਆਨ ਹੈ ਨਾ, ਇੱਟ ਨਾਲ ਇੱਟ ਖੜਕਾਉਣਾ, ਉਹ ਇੱਟ ਨਾਲ ਇੱਟ ਖੜਕਾਉਣੀ ਜਿਹੜੀ ਉਹ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਬੀਜੇਪੀ ਦੀ ਇੱਟ ਨਾਲ ਇੱਟ ਖੜਕਾਉਣਗੇ ਨਵਜੋਤ ਸਿੱਧੂ। ਤੇ ਨਾਲ ਉਹਨਾਂ ਨੇ ਕਹਿ ਦਿੱਤਾ ਵੀ ਦੇਖੋ ਜਿਹੜਾ ਕੰਪੇਨ ਹੁੰਦੀ ਹੈ, ਇਲੈਕਸ਼ਨ ਕੰਪੇਨ, ਉਹਦੀ ਅਗਵਾਈ ਹਮੇਸ਼ਾ ਹੀ ਪਾਰਟੀ ਦੇ ਪ੍ਰਧਾਨ ਕਰਦੇ ਹੁੰਦੇ ਆ। ਜਾਨੀ ਨਵਜੋਤ ਸਿੰਘ ਸਿੱਧੂ ਕੰਪੇਨ ਦੀ ਅਗਵਾਈ ਕਰਨਗੇ। ਤੇ ਹਾਂ, ਮੁੱਖ ਮੰਤਰੀ ਕਿਉਂਕਿ ਸਰਕਾਰ ਚਲਾਉਂਦੇ ਆ, ਉਹਨਾਂ ਨੇ ਸਰਕਾਰ 'ਚ ਰਹਿ ਕੇ ਬਹੁਤ ਸਾਰੇ ਕੰਮ ਕੀਤੇ ਹੁੰਦੇ ਆ, ਇਸ ਕਰਕੇ ਜਿਹੜੇ ਮੁੱਖ ਮੰਤਰੀ ਆ ਉਹ ਵੀ ਵਿੱਚ ਇਸ ਕੰਪੇਨ ਦੇ ਹੋਣਗੇ। ਪਰ ਕੰਪੇਨ ਦੇ ਮੇਨ ਕੰਟਰੋਲਰ ਜਿਹੜੇ ਆ ਉਹ ਪ੍ਰਧਾਨ ਹੀ ਹੁੰਦੇ ਆ। ਇਹ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਗੱਲ ਕਹੀ ਹੈ। ਫਿਰ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਤੇ ਇੱਕ ਹੋਰ ਕਾਰਜਕਾਰੀ ਪ੍ਰਧਾਨ ਸ਼ਾਇਦ ਕੁਲਜੀਤ ਨਾਗਰਾ ਨਾਲ ਜਿਹੜੀ ਮੁਲਾਕਾਤ ਹੋਈ ਕੱਲ ਸ਼ਾਮੀ, ਮਤਲਬ ਤੁਹਾਡਾ ਅੱਜ ਆ, ਸਾਡੇ ਕੱਲ ਸ਼ਾਮੀ, ਸਾਡਾ ਸਵੇਰਾ ਹੋ ਗਿਆ ਇੱਥੇ। ਉਸ ਮੀਟਿੰਗ ਤੋਂ ਬਾਅਦ ਵੀ ਹਰੀਸ਼ ਰਾਵਤ ਨੇ ਗੋਲ-ਮੋਲ ਜਿਹੀ ਗੱਲਾਂ ਕੀਤੀਆਂ ਨੇ। ਉਹਨਾਂ ਨੇ ਸਿਰਫ ਇਹੀ ਕਿਹਾ ਵੀ ਕਾਂਗਰਸ ਦਾ ਕੋਈ ਵੱਖਰਾ ਕੈਂਪ ਨਹੀਂ ਹੈ, ਕਾਂਗਰਸ ਇੱਕੋ ਕੈਂਪ ਦੇ ਵਿੱਚ ਹੈ। ਤੇ ਕਾਂਗਰਸ ਦੀ ਜਿਹੜੀ ਇਲੈਕਸ਼ਨ ਕੰਪੇਨ ਹੈ ਉਹ ਸਾਰੇ ਲੀਡਰ ਇਕੱਠੇ ਹੋ ਕੇ ਚਲਾਉਣਗੇ। ਤੇ ਮੁੱਖ ਮੰਤਰੀ ਨਾਲ ਅੱਜ ਮੀਟਿੰਗ ਹੈ ਜਿਹੜੀ ਸਾਡੇ ਇੱਥੇ ਅੱਜ ਹੈ। ਤੇ ਅੱਜ ਕੈਪਟਨ ਅਮਰਿੰਦਰ ਨਾਲ ਮੀਟਿੰਗ ਤੋਂ ਬਾਅਦ ਕੀ ਉਹ ਡੈਮੇਜ ਕੰਟਰੋਲ ਕਰਦੇ ਆ, ਇਸ ਲੈਵਲ ਤੇ ਸਾਰੀ ਗੱਲ ਹੁੰਦੀ ਹੈ। ਮੁੜ ਕੇ ਤਾਲਮੇਲ ਬਣਦਾ ਜਾਂ ਨਹੀਂ ਬਣਦਾ, ਉਹ ਅੱਜ ਦੀ ਮੀਟਿੰਗ ਤੋਂ ਬਾਅਦ ਤੈਅ ਹੋਏਗਾ। ਸੋ ਪਤਾ ਨਹੀਂ ਹੈ ਇਹਨਾਂ ਦੀਆਂ ਆਪੋ ਆਪਣੀਆਂ ਤਰਜੀਹਾਂ ਕੀ ਨੇ। ਕਿਸੇ ਵੇਲੇ ਵੀ ਕੋਈ ਵੀ ਗੱਲ ਹੋ ਜਾਂਦੀ ਹੈ। ਨਾਲ ਇਹ ਜ਼ਰੂਰ ਕਹੀ ਹਰੀਸ਼ ਰਾਵਤ ਨੇ ਗੱਲ ਵੀ ਮੀਡੀਆ 'ਚ ਆਉਣ ਦੀ ਥਾਂ ਦੇ ਉੱਤੇ ਮੇਰੇ ਨਾਲ ਗੱਲ ਕੀਤੀ ਜਾਏ, ਜੇ ਕੋਈ ਗੱਲ ਹੈਗੀ ਹੈ ਤਾਂ ਐਜ਼ ਏ ਪੰਜਾਬ ਦੇ ਕਾਂਗਰਸ ਦੇ ਇੰਚਾਰਜ ਮੇਰੇ ਕੋਲ ਗੱਲ ਰੱਖੀ ਜਾਏ, ਮੀਡੀਆ 'ਚ ਨਾ ਜਾਇਆ ਜਾਏ। ਸੋ ਫਿਰ ਤੋਂ ਇੱਕ ਭਾਵੇਂ ਦਿਖਾਵੇ ਦਾ ਸਹੀ ਇੱਕ ਇਕੱਠ ਜਿਹਾ
ਦੋਨਾਂ ਇਹ ਕਹਿਣ ਦੇ ਬਾਵਜੂਦ ਵੀ ਕੋਈ ਇੱਕ ਵੱਖਰਾ ਵੱਖਰਾ ਕੈਂਪ ਨਹੀਂ ਹੈ, ਪਰ ਇਹਨਾਂ ਦੋਨਾਂ ਕੈਂਪਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਸ਼ਾਇਦ ਇੱਕ ਕੋਲ ਲਾਸਟ ਕੋਸ਼ਿਸ਼ ਹੋ ਰਹੀ ਹੋਏਗੀ, ਤੇ ਪਰ ਜਿੰਨੀ ਦੇਰੀ ਹੋਏਗੀ ਉਨਾ ਹੀ ਪਛੜਦੀ ਜਾਏਗੀ ਕਾਂਗਰਸ ਪਾਰਟੀ ਜਿਹੜੀ ਕੰਫਰਟੇਬਲੀ ਦੁਬਾਰਾ ਹਕੂਮਤ ਚਾਹੁੰਦੀ ਦਿਖਾਈ ਦੇ ਰਹੀ ਸੀ, ਇਹਨਾਂ ਗੱਲਾਂ ਕਰਕੇ ਜਿਹੜੀ ਆ ਬਹੁਤ ਜ਼ਿਆਦਾ ਪਛੜ ਸਕਦੀ ਹੈ, ਤੇ ਟਿਕਟਾਂ ਦੀ ਵੰਡ ਵੇਲੇ ਤੱਕ ਜਾਂਦਿਆਂ ਹੋਰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਬਾਕੀ ਅੱਜ ਉਹਨਾਂ ਦੀ ਮੀਟਿੰਗ ਹੋਏਗੀ ਕੈਪਟਨ ਅਮਰਿੰਦਰ ਨਾਲ, ਇਹ ਦੇਖਾਂਗੇ ਵੀ ਕਿਸ ਕਿਸਮ ਦੀ ਗੱਲ ਹੈ। ਦੂਜੀ ਜਿਹੜੀ ਯੂਪੀ ਦੀ ਗੱਲ ਹੈ, ਵਿਸ਼ਵ ਹਿੰਦੂ ਪਰਿਸ਼ਦ ਤਾਂ ਕਈ ਵਾਰੀ ਏਦਾਂ ਦੇ ਬਿਆਨ ਵੀ ਦਿੰਦਾ ਰਿਹਾ ਵੀ ਉਹਨਾਂ ਨੂੰ ਇਹ ਫਿਕਰ ਸਤਾਉਂਦਾ ਰਹਿੰਦਾ ਕਿ ਮੁਸਲਮਾਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਜੀ, ਤੇ ਇਸ ਕਰਕੇ ਉਹ ਏਦਾਂ ਦੇ ਅਨਾਉਂਸ ਕਰਦਾ ਰਿਹਾ ਵਿਸ਼ਵ ਹਿੰਦੂ ਪਰਿਸ਼ਦ ਦੇ ਲੋਕ ਜਿਹੜੇ ਅਸ਼ੋਕ ਸਿੰਘਲ ਵਰਗੇ, ਵੀ ਜਿਹੜੇ ਹਿੰਦੂ ਆ ਉਹਨਾਂ ਨੂੰ 10-10 ਬੱਚੇ ਪੈਦਾ ਕਰਨੇ ਚਾਹੀਦੇ ਆ, ਵੀ 10-10 ਬੱਚੇ ਪੈਦਾ ਕਰੋ ਤਾਂ ਜੋ ਆਬਾਦੀ ਦੇ ਲਿਹਾਜ਼ ਨਾਲ ਸਾਡੀ ਆਬਾਦੀ ਵੀ ਵਧੇ, ਤੇ ਮੁਸਲਮਾਨਾਂ ਦੀ ਆਬਾਦੀ ਵਧੀ ਜਾਂਦੀ ਹੈ, ਮੁਸਲਮਾਨਾਂ ਨੇ ਭਾਰਤ ਦੇ ਉੱਤੇ ਕਬਜ਼ਾ ਕਰ ਲੈਣਾ। ਪਰ ਹੁਣ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਕੀ ਜਿਹੜੀ ਆਬਾਦੀ ਨੂੰ ਕੰਟਰੋਲ ਕਰਨ ਦੀ ਪਾਲਿਸੀ ਆ, ਉਹਦੀ ਡਿਟੇਲ 'ਚ ਕੱਲ੍ਹ ਆਪਾਂ ਜਾਵਾਂਗੇ, ਪਰ ਖੁਦ ਸ਼ਾਇਦ ਉਹ ਆਪ, ਕਿਉਂਕਿ ਵਿਆਹ ਹੀ ਨਹੀਂ, ਨਰਿੰਦਰ ਮੋਦੀ ਵੀ ਨਹੀਂ ਵਿਆਹੇ ਹੋਏ, ਸ਼ਾਇਦ ਵਿਆਹ ਨਾ ਕਰਵਾਉਣ ਦੀ ਜਿਹੜੀ ਇੱਕ ਪਰੰਪਰਾ ਜਿਹੜੀ ਸਾਡੀ ਇਹ ਰਾਜਨੀਤਿਕ ਲੀਡਰਸ਼ਿਪ ਦੀ ਹੈ, ਉਹ ਆਪਣੀ ਥਾਂ ਦੇ ਉੱਤੇ ਹੈ, ਪਰ ਆਬਾਦੀ ਨੂੰ ਕੰਟਰੋਲ ਕਰਨ ਦੇ ਨਾਂ ਦੇ ਉੱਤੇ ਕੁਝ ਨਵੀਆਂ ਮੁਸੀਬਤਾਂ ਸਹੇੜ ਲੈਣੀਆਂ ਜਿਹੜੀਆਂ ਉਹ ਜਾਇਜ਼ ਤਾਂ ਨਹੀਂ ਹੁੰਦੀਆਂ, ਪਰ ਇਹਦੇ ਤੇ ਆਪਾਂ ਸ਼ਾਇਦ ਕੱਲ ਬਹੁਤੀ ਡਿਟੇਲ ਗੱਲ ਕਰ ਸਕਾਂਗੇ। ਵਧਾਉਣ 'ਚ ਇਹਨਾਂ ਦਾ ਖੁਦ ਦਾ ਕੋਈ ਯੋਗਦਾਨ ਨਹੀਂ ਹੈ ਦੇਸ਼ ਲਈ, ਨਾ ਆਪਣੇ ਪ੍ਰਧਾਨ ਮੰਤਰੀ ਦਾ ਤੇ ਨਾ ਹੀ ਯੂਪੀ ਦੇ ਮੁੱਖ ਮੰਤਰੀ ਦਾ। ਪਰ ਜਿਹੜਾ ਕੈਪਟਨ ਸਾਹਿਬ ਦਾ ਬਿਆਨ ਆਇਆ ਜੀ, ਉਹਦੀ ਗੱਲ ਨਹੀਂ ਆਪਾਂ ਕਰ ਸਕਦੇ। ਉਹਨਾਂ ਕਿਹਾ ਕਿ ਬਿਜਲੀ ਸਮਝੌਤੇ ਰੱਦ ਨਹੀਂ ਹੋ ਸਕਦੇ ਪੂਰੇ ਦੇ ਪੂਰੇ, ਤੇ ਸੈਸ਼ਨ ਬਾਰੇ ਵੀ ਉਹਨਾਂ ਕਿਹਾ ਕਿ ਪਹਿਲਾਂ ਤਾਂ ਇੱਕ ਦਿਨ ਦਾ ਹੀ ਸੈਸ਼ਨ ਹੋਏਗਾ, ਪਰ ਬਾਅਦ 'ਚ ਇੱਕ ਸੈਸ਼ਨ ਹੋਰ ਵੀ ਕਰ ਸਕਦੇ ਆਪਾਂ। ਉਹ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਜਿਹੜੀ ਪਾਈ ਹੈ ਪਰਸੋਂ, ਉਹਦੇ 'ਚ ਉਹਨਾਂ ਨੇ ਇਹ ਗੱਲਾਂ ਉਠਾਈਆਂ ਸੀ ਵੀ ਜਿਹੜਾ ਸੈਸ਼ਨ ਹੈ ਠੀਕ ਹੈ, ਪੰਜਾਬ ਗੌਰਮੈਂਟ ਦਾ ਸ਼ਲਾਘਾਯੋਗ ਕਦਮ ਹੈ ਜੀ, ਇੱਕ ਦਿਨ ਦਾ ਸੈਸ਼ਨ ਉਹਨਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੀਤਾ ਹੈ, ਪਰ ਸੈਸ਼ਨ ਜਿਹੜਾ ਹੈ ਜਿਹਦੇ ਗੰਭੀਰ ਮਸਲੇ ਆ ਉਹਦੇ 'ਤੇ 6-7 ਦਿਨ ਦਾ ਸੈਸ਼ਨ ਚਾਹੀਦਾ ਹੈ। ਅੱਜ ਕੈਪਟਨ ਅਮਰਿੰਦਰ ਨੇ ਇਹ ਗੱਲ ਕਹੀ ਹੈ ਵੀ ਉਹ ਸਪੈਸ਼ਲ ਸੈਸ਼ਨ ਤਾਂ ਅਸੀਂ ਕਰਨਾ ਹੀ ਹੈ, ਪਰ ਅਸੀਂ ਜਿਹੜਾ ਹੋਰ ਸੈਸ਼ਨ ਵੀ ਜਿਹੜਾ ਆ ਆਉਂਦੇ ਦਿਨਾਂ ਦੇ ਵਿੱਚ ਕੰਟੀਨਿਊ ਕਰਾਂਗੇ, ਤੇ ਲੱਗਦਾ ਹੈ ਕਿ ਸ਼ਾਇਦ ਉਹ ਸੈਸ਼ਨ ਉਹਨਾਂ ਨੂੰ ਬੁਲਾਉਣਾ ਹੀ ਪਏਗਾ। ਬਿਜਲੀ ਸਮਝੌਤਿਆਂ ਬਾਰੇ ਸਾਡੇ ਕੋਲ ਜਿੱਦਾਂ ਦੀ ਖਬਰਾਂ ਸੀ ਵੀ ਸ਼ਾਇਦ ਇੱਕ ਬਕਾਇਦਾ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ ਤੇ ਬਿਜਲੀ ਸਮਝੌਤੇ ਰੱਦ ਕਰਨ ਵੱਲ ਵਧਿਆ ਜਾ ਸਕਦਾ ਹੈ, ਪਰ ਹੁਣ ਕੈਪਟਨ ਅਮਰਿੰਦਰ ਨੇ ਕਿਹਾ ਕਿ ਬਿਜਲੀ ਸਮਝੌਤਾ ਸਮਝੌਤੇ ਇੱਕ ਨਹੀਂ ਹੈ, ਦੋ ਨਹੀਂ ਹੈ, 123-24 ਸਮਝੌਤੇ ਹੈ, ਸਾਰੇ ਸਮਝੌਤੇ ਨਹੀਂ ਰੱਦ ਕੀਤੇ ਜਾ ਸਕਦੇ। ਕਿਤੇ ਕੋਈ ਮਰਦਾ ਹੈ, ਕਿਤੇ ਕੋਈ ਮਰਦਾ ਹੈ, ਚੈਲੰਜਿੰਗ ਹੈ ਬਹੁਤ ਸਾਰਾ ਕੁਝ, ਤੇ ਇੰਨੀ ਤੇਜ਼ੀ ਦੇ ਨਾਲ ਉਹ ਸਾਰਾ ਕੁਝ ਨਹੀਂ ਹੋ ਸਕੇਗਾ, ਤੇ ਸ਼ਾਇਦ ਉਹਦੀ ਡਿਟੇਲਸ ਨਹੀਂ ਉਹ ਦਿੱਤੀ ਉਹਨਾਂ ਨੇ ਹਾਲੇ ਤੱਕ ਵੀ ਕਿਹੜੇ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ, ਕਿਹੜੇ ਕੀਤੇ ਜਾ ਸਕਦੇ ਆ, ਉਹ ਸ਼ਾਇਦ ਇੱਕ ਦੋ ਦਿਨ ਦੇ ਵਿੱਚ ਸਾਡੇ ਸਾਹਮਣੇ ਹੋਏਗਾ, ਤੇ ਫਿਰ ਤੋਂ ਇੱਕ ਕਹਿ ਲਓ ਵੀ ਨਵੀਂ ਕਿਸਮ ਦਾ ਕਿਹੜਾ ਜਿਹੜਾ ਆ ਕਾਂਗਰਸ ਪਾਰਟੀ ਦੇ ਅੰਦਰ ਹੀ ਇਸ ਮਸਲੇ ਤੇ ਖੜਾ ਹੋ ਸਕਦਾ ਹੈ, ਜਾਂ ਲੌਜੀਕਲੀ ਜਿਹੜੀ ਪਿਛਲੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਜਿਹੜੀ ਸਮਝੌਤੇ ਕਰਕੇ ਗਈ ਹੈ, ਉਹਨੇ ਕੁਝ ਇੱਦਾਂ ਸਮਝੌਤੇ ਕਰਵਾਏ ਹੋਏ ਹੈ ਵੀ ਆਪਣੇ ਹਾਥੀ ਵੱਢ ਕੇ ਦਿੱਤੇ ਹੋਏ ਹੈ, ਸ਼ਾਇਦ ਕੋਈ ਨਹੀਂ ਸਕਦਾ ਬਹੁਤਾ ਕੁਝ। ਮੈਨੂੰ ਵੀ ਲੱਗਦਾ ਕਿ ਜਿੰਨਾ ਸਮਾਂ ਘੱਟ ਰਹਿ ਗਿਆ, ਮਤਲਬ ਸਾਰੇ ਸਮਝੌਤਿਆਂ ਤੇ 100% ਕੁਝ ਹੋਣਾ ਜਿਹੜਾ ਸ਼ਾਇਦ ਮੁਸ਼ਕਿਲ ਹੈ, ਕਿਉਂਕਿ ਉਹਨੂੰ ਚੈਲੰਜ ਵੀ ਤਾਂ ਕਰਨਗੇ ਨਾ ਜਿਹੜੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਨਾਲ ਸਮਝੌਤੇ ਹੋਏ ਹੈ, ਜੇ ਉਹਨਾਂ ਤੋਂ ਸਾਰੀਆਂ ਚੀਜ਼ਾਂ ਰੱਦ ਕਰਨ ਦੇ ਨਾਂ ਦੇ ਉੱਤੇ ਸਾਰਾ ਕੁਝ ਹੁੰਦਾ ਹੈ ਤਾਂ ਉਹ ਕੋਰਟ ਦੇ ਵਿੱਚ ਵੀ ਜਾਣਗੇ, ਸਟੇ ਲੈਣਗੇ। ਸੋ ਇਹ ਇੱਕ ਨਵਾਂ ਸੰਕਟ ਜਿਹੜਾ ਆ ਸ਼ਾਇਦ ਖੜਾ ਹੋਣ ਦੀ ਸੰਭਾਵਨਾ ਨਹੀਂ। ਸੋ ਦਸਾਂਝ ਸਾਹਿਬ ਸਮਾਂ ਹੋ ਗਿਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਕੱਲ ਦੇ ਪ੍ਰੋਗਰਾਮ 'ਚ ਦੁਬਾਰਾ ਮਿਲਦੇ ਹਾਂ, ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ, ਸ਼ੁਕਰੀਆ।